ਤੇ ਉੱਥੇ ਵਾਲਿਦ ਸਾਹਿਬ ਨੇ ਆਪਣੀ 300 ਸਾਲ ਪੁਰਾਣੀ ਹਵੇਲੀ ਜਿਹੜੀ ਉਹਨਾਂ ਦੀ ਜੱਦੀ ਪੁਸ਼ਤੀ ਸੀ ਉਹ ਮੈਨੂੰ ਦਿੱਤੀ। ਤੇ ਮੇਰੇ ਵਾਲਿदैन ਨੇ ਆਪਣੀ ਜ਼ਿੰਦਗੀ ਦੇ ਵਿੱਚ ਸਕੂਲ ਬਣਾਏ ਸਨ। ਕੋਈ 32-34 ਸਕੂਲ ਸਨ ਉਹਨਾਂ ਦੇ, ਹਜ਼ਾਰੋਂ ਬੱਚਾ ਸਕੂਲਾਂ 'ਚ ਪੜ੍ਹਦਾ ਸੀ। ਮੇਰੇ ਵਾਲਿਦ ਸਾਹਿਬ ਦੀ ਕਾਵਿਸ਼ ਸੀ। 40 ਸਾਲ ਪੁਰਾਣੀ ਮੇਰੀ ਵਾਲਦਾ ਉਹਨਾਂ ਦੇ ਨਾਲ ਸ਼ਾਮਿਲ ਸਨ। ਉੱਥੇ ਲੋਕਾਂ ਦੇ ਮਸਾਇਲ ਜਿਹੜੇ ਨੇ ਉਹ ਕਿਸ ਤਰ੍ਹਾਂ ਤੁਸੀਂ ਹੱਲ ਕਰਦੇ ਰਹੇ ਹੋ ਮਿਲ ਕੇ? ਉਹ 2008 ਤੋਂ ਅਸੀਂ ਸਟਾਰਟ ਲਿਆ ਇਹਨਾਂ ਸਾਰੇ ਕੰਮਾਂ ਦਾ, ਜਿਹੜੇ ਫਲਾਹ ਦੇ ਕੰਮ ਸਨ ਜਿਨ੍ਹਾਂ ਬੀਬੀਆਂ ਦਾ ਪਿੱਛੇ ਜ਼ਿਕਰ ਕੀਤਾ। ਕੈਂਪ ਆਪਣਾ ਮੈਡੀਕਲ ਕੈਂਪ ਹੋ ਗਿਆ, ਸਾਫ ਪਾਣੀ ਦੇ ਪਲਾਂਟ ਹੋ ਗਏ ਜਾਂ ਲੰਗਰਖਾਨੇ ਹੋ ਗਏ। ਇਸ ਤੋਂ ਇਲਾਵਾ ਔਰਤਾਂ ਵਾਸਤੇ ਬੇਸ਼ੁਮਾਰ ਕੰਮ ਕੀਤੇ। ਅਸੀਂ ਪਨੀਰੀਆਂ ਲਾਵੀਏ, ਅਸੀਂ ਭਰ ਪਾਣੀ ਪਾਵੀਏ ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਜੀ अस्सलाम वालेकुम, ਸਾਡੇ ਵੇਖਣ ਵਾਲਿਆਂ ਨੂੰ ਸਲਾਮ। ਪਹੁੰਚੇ ਇਹ ਅਸੀਂ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਹੈ। ਇਹ ਆਪਣੀ ਜ਼ਬਾਨ ਪੰਜਾਬੀ ਵਿੱਚ ਪਹਿਲੀ ਕਾਵਿਸ਼ ਹੈ ਤੇ ਮੈਨੂੰ ਵੀ ਇੰਨੀ ਆਦਤ ਨਹੀਂ, ਜੇ ਗਲਤੀ ਹੋ ਜਾਏ ਤੇ ਮਾਫ ਕਰ ਦੇਣਾ। ਅੱਜ ਸਾਡੇ ਨਾਲ ਬੜੀ ਜ਼ਬਰਦਸਤ ਦੋ ਮਹਿਮਾਨ ਮੌਜੂਦ ਨੇ ਇਸ ਵੇਲੇ। ਜੁਗਨੂ ਮੋਹਸਿਨ ਸਾਹਿਬਾ ਜਿਹੜੇ ਕਿ ਓਕਾੜਾ ਤੋਂ ਉਹਨਾਂ ਸਿਆਸਤਦਾਨ ਵੀ ਨੇ, ਪਹਿਲੇ ਸਾਡੇ ਸਾਥੀ ਸਹਾਫੀ ਤੇ ਸਾਡੇ ਅਖਬਾਰ ਦ ਫਰਾਈਡੇ ਟਾਈਮਸ ਦੇ ਪਬਲਿਸ਼ਰ ਤੇ ਮੁਦੀਰ ਵੀ ਰਹੇ ਨੇ। ਤੇ ਉਹਨਾਂ ਦੇ ਨਾਲ ਜ਼ਿਲ੍ਹਾ ਓਕਾੜਾ ਤੋਂ PP 187 ਦੇ ਉਮੀਦਵਾਰ ਜਿਹੜੇ ਨੇ ਰਾਏ ਮੁਸ਼ਤਾਕ ਖਰਲ, ਉਹ ਵੀ ਸਾਡੇ ਨਾਲ ਮੌਜੂਦ ਨੇ। ਇਹ ਜਨਾਬ ਬੜੀ ਅੱਜ ਦਾ ਸਪੈਸ਼ਲ ਸ਼ੋਅ ਅਸੀਂ ਇਸ ਵਾਸਤੇ ਇਹਦਾ ਬੰਦੋਬਸਤ ਕੀਤਾ ਹੈ ਕਿ ਅਸੀਂ ਇਹ ਦੱਸ ਸਕੀਏ ਲੋਕਾਂ ਨੂੰ ਵੀ ਕਿ ਜਿਹੜੇ ਗਰਾਊਂਡ ਦੇ ਉੱਤੇ ਜਾਂ ਤਹਿਸੀਲਾਂ ਵਿੱਚ, ਜ਼ਿਲ੍ਹਿਆਂ ਵਿੱਚ, ਪਿੰਡਾਂ ਵਿੱਚ ਸਿਆਸਤ ਕਿਵੇਂ ਹੁੰਦੀ ਹੈ, ਉੱਥੇ ਕੀ ਮਸਾਇਲ ਸਾਹਮਣੇ ਆਉਂਦੇ ਨੇ। ਆਵਾਮ ਦੀ ਖਿਦਮਤ ਵਾਸਤੇ ਜਿਹੜੇ ਆਵਾਮੀ ਨੁਮਾਇੰਦੇ ਨੇ ਉਹ ਕਿਸ ਤਰ੍ਹਾਂ ਕਿਨ ਮੁਸ਼ਕਿਲਾਤ ਦਾ ਸਾਹਮਣਾ ਕਰਦੇ ਨੇ, ਤੇ ਇਲੈਕਸ਼ਨ ਦਾ ਪੂਰਾ ਚੁੱਕੇ ਆਉਣ ਵਾਲਾ ਹੈ। ਤੇ ਇਸ ਵਾਸਤੇ ਅਸੀਂ ਇਹ ਸਿਲਸਿਲਾ ਸਟਾਰਟ ਕੀਤਾ ਅੱਜ। ਤੇ ਵੈਲਕਮ ਜੁਗਨੂ ਸਾਹਿਬਾ ਤੇ ਵੈਲਕਮ ਮੁਸ਼ਤਾਕ ਸਾਹਿਬ। ਜੁਗਨੂ ਮੋਹਸਿਨ ਸਾਹਿਬਾ ਕੋਈ ਤਾਰੁਫ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ। ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹ ਇਲੈਕਸ਼ਨ ਜਿੱਤਿਆ ਉਕਾੜੇ ਤੋਂ 25,000 ਵੋਟਾਂ ਦੀ ਲੀਡ ਤੇ ਬੜੇ ਸਾਲ 15 ਸਾਲ ਇਹਨਾਂ ਨੇ ਮਿਹਨਤ ਕੀਤੀ ਹੈ ਉੱਥੇ ਹਲਕੇ ਜਾ ਕੇ। ਪਹਿਲੇ ਅਖਬਾਰ ਚਲਾਉਂਦੇ ਸਨ, ਕਈ ਅਖਬਾਰਾਂ ਕੱਢੀਆਂ ਆਜ਼ਾਦੀ ਸਹਾਫਤ ਵਾਸਤੇ, ਆਜ਼ਾਦੀ ਇਜ਼ਹਾਰ ਵਾਸਤੇ, ਜਮਹੂਰੀਅਤ ਵਾਸਤੇ ਬੜੀ ਇਹਨਾਂ ਨੇ ਕੁਰਬਾਨੀ ਵੀ ਦਿੱਤੀ, ਬੜੀ ਮਿਹਨਤ ਵੀ ਕੀਤੀ। ਨਾਲ ਫਿਰ ਆਵਾਮ ਦੀ ਖਿਦਮਤ ਦਾ ਵੀ ਕੰਮ ਸਟਾਰਟ ਕੀਤਾ ਤੇ ਹੁਣ ਹਲਕੇ 'ਚ ਆਪਣਾ ਇਲੈਕਟ ਵੀ ਹੋ ਗਏ। 5 ਸਾਲ ਇਹਨਾਂ ਨੇ ਆਪਣੇ ਹਲਕੇ 'ਚ ਬੜਾ ਕੰਮ ਵੀ ਕੀਤਾ ਹੈ। ਲੋਕਾਂ ਨੂੰ ਪਤਾ ਹੈ ਉੱਥੇ ਦੇ ਜਿਹੜੇ ਜਾਣਨ ਵਾਲੇ ਨੇ। ਇਹ ਹੋਰ ਵੀ ਅਸੀਂ ਗੱਲ ਕਰਾਂਗੇ। ਤੇ ਜੁਗਨੂ ਸਾਹਿਬਾ ਇਹ ਦੱਸੋ ਤੁਸੀਂ ਸਿਆਸਤ 'ਚ ਕਿਉਂ ਆਏ, ਕਿਵੇਂ ਆਏ? ਇਹ ਕਹਾਣੀ ਜਿਹੜੀ ਹੈ ਨਾ, ਇਹ ਪਤਾ ਲੱਗਣੀ ਚਾਹੀਦੀ ਹੈ ਸਾਡੇ ਵੇਖਣ ਵਾਲਿਆਂ ਨੂੰ। ਪਹਿਲੇ ਤੇ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰੀਏ। ਮਾਂ ਬੋਲੀ 'ਚ ਵੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਦਿਲਾਂ ਵਿੱਚ ਜਾ ਕੇ ਨਾ ਇਹ ਗੱਲ ਲੱਗੇਗੀ ਕਿ ਅਸੀਂ ਆਪਣੀ ਮਾਂ ਬੋਲੀ ਵਿੱਚ ਗੱਲ ਕੀਤੀ ਹੈ। ਤੇ ਰਜ਼ਾ ਤੁਹਾਨੂੰ ਤੇ ਪਤਾ ਹੀ ਹੈ, ਅਸਾਂ ਰਲ ਕੇ ਅਖਬਾਰਾਂ ਵਿੱਚ ਕੰਮ ਕੀਤਾ ਹੋਇਆ, ਤੁਸੀਂ ਵੀ ਮੇਰੇ ਨਾਲ ਕਈ ਸਾਲ ਅਸੀਂ ਰਲ ਕੇ ਕੰਮ ਕੀਤਾ ਹੈ। ਔਰ ਆਜ਼ਾਦੀ ਸਹਾਫਤ ਵਾਸਤੇ ਮੇਰੇ ਸ਼ੌਹਰ ਸੇਠੀ ਸਾਹਿਬ ਔਰ ਮੈਂ ਨਾ ਸਿਰਫ ਨਵੇਂ ਜਰੀਦੇ ਕੱਢੇ ਨੇ, ਆਜ਼ਾਦ ਜਰੀਦੇ ਕੱਢੇ ਨੇ ਔਰ ਡੇਲੀ ਪੇਪਰਸ ਵੀ ਕੱਢੇ ਨੇ, ਫਿਰ ਬ੍ਰੌਡਕਾਸਟ ਜਰਨਲਿਜ਼ਮ ਵੀ ਕੀਤੀ ਹੈ, ਪ੍ਰੋਗਰਾਮਸ ਵੀ ਕੀਤੇ ਨੇ ਟੀਵੀ, ਮੁਖਤਲਿਫ ਟੀਵੀ ਚੈਨਲਸ ਦੇ ਉੱਤੇ, ਬੈਨ ਅਲ-ਅਕਵਾਮੀ ਚੈਨਲਸ ਦੇ ਉੱਤੇ ਵੀ ਕਮੈਂਟਰੀ ਵਗੈਰਾ ਕੀਤੀ ਹੈ। ਤੇ ਇਹ ਸਭ ਕੁਝ ਐਸੇ ਵਾਸਤੇ ਕੀਤਾ ਨਾ ਬਿਕਾਜ਼ ਵੀ ਵਾਂਟਡ ਟੂ ਬੀ ਚੇਂਜ ਮੇਕਰਸ। ਅਸੀਂ ਚਾਹੁੰਦੇ ਸਾਂ ਕਿ ਅਸੀਂ ਕੋਈ ਐਸੀ ਤਬਦੀਲੀ ਦੇ ਮਤਲਬ ਲਿਆਵੀਏ ਜਿਹੜੀ ਕਿ ਮੁਸਬਤ ਹੋਵੇ, ਮੁਲਕ ਦੀ ਬਿਹਤਰੀ ਵਾਸਤੇ ਹੋਵੇ ਔਰ ਅਸੀਂ ਆਪਣੀ ਵੀ ਜ਼ਿੰਦਗੀ ਦੇ ਵਿੱਚ ਬਾਮਾਨੀ ਬਾਮਕਸਦ ਜ਼ਿੰਦਗੀ ਜੀ ਸਕੀਏ। ਸਾਡਾ ਨਸਬੁਲੈਨ ਇਹੋ ਸੀ। ਤੇ ਜਿਹੜਾ ਮੇਰਾ ਕਮਿਊਨਿਟੀ ਵਰਕ ਸੀ ਉਹ ਵੀ ਇੱਕ ਆਜ਼ਾਦੀ ਰਾਏ ਦੀ ਜਿੱਦੋਜਹਿਦ ਔਰ ਜਮਹੂਰੀਅਤ ਦੀ ਜਿੱਦੋਜਹਿਦ ਦੀ ਇੱਕ ਅਗਲੀ ਕੜੀ ਸੀ। there was a continuity to it, ਅਗਲੀ ਕੜੀ ਸੀ। ਤੇ ਹੋਇਆ ਹੈ ਕਿ 20 ਸਾਲ ਸਹਾਫਤ ਕੀਤੀ, ਬੈਨ ਅਲ-ਅਕਵਾਮੀ ਅਵਾਰਡਸ ਵੀ ਮਿਲੇ, ਸਿਤਾਰਾ ਇਮਤਿਆਜ਼ ਪਾਕਿਸਤਾਨ ਦੀ ਹੁਕੂਮਤ ਨੇ ਵੀ ਦਿੱਤਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਨਵਾਜ਼ੇ ਗਏ। ਐਂਡ ਆਈ ਫੈਲਟ ਵੈਰੀ ਫੁਲਫਿਲਡ ਕਿ ਜੀ ਮੈਂ ਇੱਕ ਬੜਾ ਅੱਛਾ ਕੰਮ ਆਪਣੀ ਜ਼ਿੰਦਗੀ ਵਿੱਚ ਸਹਾਫਤ ਵਗੈਰਾ ਦਾ ਕੀਤਾ ਹੈ। ਲੇਕਿਨ 2008 ਵਿੱਚ ਮੇਰੇ ਮਰਹੂਮ ਚਾਚਾ ਸੈਯਦ ਸਜਾਦ ਹੈਦਰ ਕਿਰਮਾਨੀ ਜਿਹੜੇ ਉਸ ਇਲਾਕੇ ਦੇ ਸਦਾਬਹਾਰ MNA MPA ਜ਼ਿਲ੍ਹਾ ਨਾਜ਼ਿਮ ਰਹੇ, ਉਹਨਾਂ ਦਾ ਇੰਤਕਾਲ ਹੋ ਗਿਆ। ਮੇਰੇ ਵਾਲਿਦ ਸਾਹਿਬ ਦੇ ਇੱਕੋ ਹੀ ਭਰਾ ਸਨ ਔਰ ਉਹ ਸਾਡੇ ਖਾਨਦਾਨ ਦੀ ਉੱਥੇ ਇੱਕ ਕਿਸਮ ਦੇ ਨਾਲ ਉਹ ਕਾਇਦ ਸਨ, ਯਾਨੀ ਕਿ ਉਹ ਸਾਰਾ ਇਲਾਕਾ ਉਹਨਾਂ ਨੇ ਸਾਂਭਿਆ ਹੋਇਆ ਸੀ। ਤੇ ਮੇਰੇ ਵਾਲਿदैन ਨੇ ਆਪਣੀ ਜ਼ਿੰਦਗੀ ਦੇ ਵਿੱਚ ਸਕੂਲ ਬਣਾਏ ਸਨ। ਕੋਈ 32-34 ਸਕੂਲ ਸਨ ਉਹਨਾਂ ਦੇ, ਹਜ਼ਾਰੋਂ ਬੱਚਾ ਸਕੂਲਾਂ 'ਚ ਪੜ੍ਹਦਾ ਸੀ। ਮੇਰੇ ਵਾਲਿਦ ਸਾਹਿਬ ਦੀ ਕਾਵਿਸ਼ ਸੀ। 40 ਸਾਲ ਪੁਰਾਣੀ ਮੇਰੀ ਵਾਲਦਾ ਉਹਨਾਂ ਦੇ ਨਾਲ ਸ਼ਾਮਿਲ ਸਨ।
ਕਿ ਇੱਥੇ ਬੱਚਿਆਂ ਦੇ ਸਕੂਲ ਵੀ ਹੋਣ, ਖਾਸ ਤੌਰ ਤੇ ਕਿਉਂਕਿ ਬੱਚਿਆਂ ਵਿੱਚ ਖਾਂਦਗੀ ਕੋਈ ਨਹੀਂ ਸੀ। ਜੀ ਹਾਂ। ਔਰ ਉਹਨਾਂ ਲੋਕਾਂ ਵਾਸਤੇ ਬਿਹਤਰੀਨ ਤਾਲੀਮ ਮੁਯੱਸਰ ਕੀਤੀ ਜਿਹੜੇ ਕਿ ਇਸ ਚੀਜ਼ ਦੇ ਮਤਲਬ ਬਰਦਾਸ਼ਤ ਨਹੀਂ ਸਨ, ਉਹਨਾਂ ਦੀ ਜੇਬ ਨਹੀਂ ਸੀ ਕਿ ਉਹ ਕਰ ਸਕਣ, ਤੇ ਉਹਨਾਂ ਨੇ ਸਕੂਲਿੰਗ ਵਾਸਤੇ, ਹੈਲਥ ਵਿੱਚ, ਸਿਹਤ ਵਾਸਤੇ ਹਸਪਤਾਲ, ਕਲੀਨਿਕਸ, ਸਫਾਈ ਵਾਸਤੇ ਇਸ ਕਿਸਮ ਦਾ ਕੰਮ ਵਗੈਰਾ ਸ਼ੁਰੂ ਕੀਤਾ ਹੋਇਆ ਸੀ। ਤੇ 2000 ਜਦੋਂ ਤੱਕ ਚਾਚਾ ਸਜਾਦ ਹਯਾਤ ਸਨ ਤੇ ਮੈਂ ਮਹਿਸੂਸ ਕਰਦੀ ਸਾਂ ਕਿ ਮੇਰੇ ਵਾਲਿदैन ਇਕੱਲੇ ਨਹੀਂ, ਔਰ ਅਸੀਂ ਟਰਸਟੀਜ਼ ਹੈ ਦ ਮੋਹਸਿਨ ਟਰਸਟ ਦੇ, ਜਿਹੜੇ ਸਾਡੇ ਵਾਲਿਦ ਸਾਹਿਬ ਔਰ ਵਾਲਦਾ ਨੇ ਬਣਾਇਆ ਸੀ, ਔਰ ਆਪਣੀ ਉਹਨਾਂ ਨੇ ਜਾਇਦਾਦ ਕਾਫੀ ਉਹਦੇ ਤੇ ਵਕਫ ਕੀਤੀ। ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਖਲਾ ਪੈਦਾ ਹੋ ਗਿਆ, ਔਰ ਮੈਂ ਮਹਿਸੂਸ ਕੀਤਾ ਕਿ ਮੇਰੇ ਵਾਲਿदैन ਮਸਲਨ ਜ਼ਈਫ ਹੋ ਰਹੇ ਨੇ, ਇਕੱਲੇ ਨੇ, ਤੇ ਮੈਨੂੰ ਜਾਣਾ ਚਾਹੀਦਾ, ਮੇਰੀ ਜ਼ਿੰਮੇਵਾਰੀ ਹੈ। ਔਰ ਮੈਂ ਉਹਨਾਂ ਦੀ ਪਲੇਠੀ ਦੀ ਔਲਾਦ ਵੀ ਸਾਂ ਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਸੀ। ਮੈਂ ਗਈ ਹਾਂ ਵਾਪਸ ਆਪਣੇ ਘਰ, ਨਾਲ ਮੈਂ ਤੁਹਾਨੂੰ ਪਤਾ ਹੈ ਮੈਂ ਸਹਾਫਤ ਵੀ ਕਰਦੀ ਰਹੀ। 2008 ਵਿੱਚ ਮੈਂ ਵਾਪਸ ਆਈ ਤੇ ਉੱਥੇ ਵਾਲਿਦ ਸਾਹਿਬ ਨੇ ਆਪਣੀ 300 ਸਾਲ ਪੁਰਾਣੀ ਹਵੇਲੀ, ਜਿਹੜੀ ਉਹਨਾਂ ਦੀ ਜੱਦੀ ਪੁਸ਼ਤੀ ਸੀ, ਉਹ ਮੈਨੂੰ ਦਿੱਤੀ। ਨਾਲ ਉਹਨਾਂ ਨੇ ਰਾਏ ਮੁਸ਼ਤਾਕ ਦੀ ਮੇਰੇ ਹੱਥ 'ਚ ਬਾਂਹ ਫਦਾਈ ਤੇ ਆਖਿਆ ਕਿ ਸਜਾਦ ਦੇ ਨਾਲ ਇਹ ਬੱਚਾ ਚੱਲਦਾ ਰਿਹਾ। ਸਜਾਦ ਇਹਦੀ ਤਾਰੀਫ ਕਰਦਾ ਸੀ ਤੇ ਆਂਦਾ ਸੀ ਕਿ ਇਹ ਇੱਕ ਅੱਛਾ ਲੜਕਾ ਹੈ ਜਿਹੜਾ ਨਿਕਲਿਆ ਇਸੇ ਧਰਤੀ 'ਚੋਂ, ਤੇ ਭਾਈਜਾਨ ਇਹਦਾ ਖਿਆਲ ਰੱਖਿਆ ਜੀ। ਤੇ ਮੇਰੇ ਵਾਲਿਦ ਸਾਹਿਬ ਨੇ ਆਖਿਆ ਕਿ ਨਾਓ ਯੂ ਵਰਕ ਵਿਦ ਮੁਸ਼ਤਾਕ ਐਂਡ ਸਰਵ ਦ ਕਮਿਊਨਿਟੀ, ਕਿ ਇਹਦੇ ਨਾਲ ਰਲ ਕੇ ਇਹਨੂੰ ਨਾਲ ਸ਼ਾਮਿਲ ਕਰ, ਇਹਨੂੰ ਟ੍ਰੇਨ ਕਰ, ਔਰ ਜਿਹੜੇ ਇੱਥੋਂ ਦੇ ਇਲਾਕੇ ਦੇ ਕੰਮ ਨੇ ਉਹ ਤੁਸੀਂ ਰਲ ਕੇ ਕਰੋ ਤੇ ਨਾਲ ਆਪਣੀ ਇੱਕ ਟੀਮ ਬਣਾਵੋ। ਤੇ ਮੇਰੇ ਵਾਲਿਦ ਸਾਹਿਬ ਦੀ ਮਸ਼ਹੂਰ ਕਹਾਵਤ ਸੀ ਕਿ ਸਾਡਾ ਕੰਮ ਹੈ ਪਨੀਰੀ ਲਾਣਾ, ਅਸੀਂ ਪਨੀਰੀਆਂ ਲਾਵੀਏ, ਅਸੀਂ ਭਰ ਪਾਣੀ ਪਾਵੀਏ, ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਤੇ ਅਸੀਂ ਐਸੀ ਪਨੀਰੀ ਲਾਵੀਏ ਜਿੰਦੇ ਵਿੱਚੋਂ ਰੁੱਖ ਨਿਕਲਣ ਜਿਹੜੇ ਸਾਏਦਾਰ ਹੋਵਣ, ਜਿਨ੍ਹਾਂ ਦੇ ਥੱਲੇ ਆਵਾਮ ਬਵੇ ਔਰ ਆਵਾਮ ਦੇ ਵਿੱਚੋਂ ਹੀ ਨਿਕਲਣ। Empowerment of the people, that was their mantra. My uncle Sajad Haider and my father Sayyid Muhammad Mohsin and my mother Sitwat Mohsin, that was their mantra. And it is indeed my uncle's mantra also. Empowerment of the people in society. Sayyid Babar Ali, who's the pioneer of LUMS and so many other contributions to civic life in Pakistan. So that is my background. ਬਿਲਕੁਲ, ਬਹੁਤ ਹੀ ਜ਼ਬਰਦਸਤ ਜਰਨੀ ਆਪਨੇ ਬਤਾਈ ਹੈ। ਤੇ ਮੈਨੂੰ ਥੋੜੀ ਜੀ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ, ਤਜਰਬਾ ਜੋ ਤੁਸੀਂ ਕੀਤਾ ਲੋਕਾਂ ਦੀ ਖਿਦਮਤ ਕਰਨਾ, ਫਿਰ ਇਲੈਕਸ਼ਨ ਲੜਨਾ, ਇਹ ਆਸਾਨ ਕੰਮ ਨਹੀਂ ਹੁੰਦਾ, ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ। ਉਹ ਹੋਇਆ ਹੈ ਰਜ਼ਾ ਕਿ ਪਹਿਲੇ ਤੇ ਅਸੀਂ ਜਾ ਕੇ ਰਲ ਕੇ ਅਸੀਂ ਆਪਣੀ ਹਵੇਲੀ ਰਿਸਟੋਰ ਕੀਤੀ, ਔਰ ਮੇਰੀ ਬਹਿਨ ਮੋਨੀ ਮੋਹਸਿਨ ਵਾਸ ਵੈਰੀ ਮਚ ਪਾਰਟ ਆਫ ਦ ਵੈਂਚਰ ਵਿਦ ਮੀ ਐਂਡ ਸ਼ੀ ਐਂਡ ਆਈ ਟੁਗੇਦਰ ਅਸੀਂ ਹਵੇਲੀ ਨੂੰ ਦੁਬਾਰਾ ਕੰਜ਼ਰਵ ਕੀਤਾ, ਸਾਰਾ ਕੁਝ ਬਣਾਇਆ, ਔਰ ਅਸਾਂ ਰਲ ਕੇ ਉੱਥੇ ਇੱਕ ਕ੍ਰਾਫਟ ਸੈਂਟਰ ਵੀ ਸ਼ੁਰੂ ਕੀਤਾ ਜਿਹਦੇ ਵਿੱਚ ਔਰਤਾਂ ਵਾਸਤੇ ਇੱਕ ਜ਼ਰੀਆ ਮਾਸ਼ ਅਸੀਂ ਪੈਦਾ ਕਰੀਏ। ਉਹਦੇ ਵਿੱਚ ਮਤਲਬ ਅਸਲ ਪੁਰਾਣਾ ਕਾਟਨ ਲਾਵਣਾ, ਉਹਨੂੰ ਉਗਾਉਣਾ, ਆਪਣੀ ਜ਼ਮੀਨ ਤੇ ਅਸੀਂ ਲਾਉਂਦੀਆਂ ਸਾਂ, ਔਰ ਉਹਨੂੰ ਫਿਰ ਔਰਤਾਂ ਕੋਲੋਂ ਸਪਿਨ ਕਰਾਉਣਾ, ਵੀਵ ਕਰਾਉਣਾ, ਐਮਬ੍ਰੋਇਡਰ ਕਰਾਉਣਾ, ਔਰ ਫਿਰ ਵੇਰੀਅਸ ਜਗ੍ਹਾ ਤੇ ਵੇਚਣਾ। ਫਿਰ ਅਸੀਂ ਇਹ ਕੀਤਾ ਕਿ ਅਸੀਂ ਮੋਨੀ ਨੇ ਔਰ ਮੈਂ ਰਲ ਕੇ ਔਰ ਸਾਡੇ ਸਾਥੀਆਂ ਨੇ ਰਲ ਕੇ ਅਸੀਂ ਵਾਟਰ ਫਿਲਟਰੇਸ਼ਨ ਪਲਾਂਟਸ ਲਾਏ। ਅਸੀਂ ਵਾਟਰ ਫਿਲਟਰੇਸ਼ਨ ਪਲਾਂਟਸ ਕੋਈ 4 ਲਾਏ ਉਸ ਇਲਾਕੇ ਦੇ ਵਿੱਚ, ਤਾਂ ਕਿ ਲੋਕਾਂ ਨੂੰ ਕਲੀਨ ਡਰਿੰਕਿੰਗ ਵਾਟਰ ਮਿਲ ਸਕੇ, ਸਾਫ਼ ਪਾਣੀ ਮਿਲ ਸਕੇ। ਅਸੀਂ ਲੋਕਾਂ ਵਾਸਤੇ ਹੈਲਥ ਕੈਂਪਸ ਲਾਏ। ਮੈਂ ਹਰ ਹਫਤੇ ਇੱਕ ਫ੍ਰੀ ਹੈਲਥ ਕੈਂਪ ਲਾਉਂਦੀ ਰਹੀ ਹਾਂ, ਔਰ ਮੁਸ਼ਤਾਕ ਦੇ ਇਲਾਵਾ ਸਾਡੇ ਕਈ ਇੱਥੇ ਸਾਥੀ ਸਨ ਜਿਹੜੇ ਹੈਲਥ ਕੈਂਪਸ ਵਿੱਚ ਬਹਿ ਕੇ ਲੋਕਾਂ ਨੂੰ ਫ੍ਰੀ ਇਲਾਜ, ਮਤਲਬ ਡਾਇਗਨੋਸਿਸ ਹੁੰਦਾ ਸੀ ਔਰ ਫ੍ਰੀ ਮੈਡੀਕੇਸ਼ਨ ਹੁੰਦੀ ਸੀ, ਔਰ ਜਿਹੜੇ ਫਿਰ ਬਿਮਾਰੀਆਂ ਗੰਭੀਰ ਹੁੰਦੀਆਂ ਸਨ ਉਹਨਾਂ ਨੂੰ ਅਸੀਂ ਲਾਹੌਰ ਦੇ ਹਸਪਤਾਲਾਂ ਵਿੱਚ ਰੈਫਰ ਕਰਦੇ ਸਾਂ। ਅਸੀਂ ਇਹ ਵੀ ਕੀਤਾ, ਹੈਲਥ ਫੈਸਿਲਿਟੀਜ਼ ਵੀ ਦਿੱਤੀਆਂ। ਉਹਦੇ ਬਾਅਦ ਅਸੀਂ ਬਾਗਾਤ 2 ਬਾਗ ਅਡਾਪਟ ਕੀਤੇ, ਇੱਕ ਰਿਨਾਲਾ ਖੁਰਦ ਚ, ਇੱਕ ਸ਼ੇਰਗੜ੍ਹ, ਔਰਤਾਂ ਵਾਸਤੇ ਇੱਕ ਸੇਫ ਸਪੇਸਿਸ ਫॉर ਵੂਮਨ ਐਂਡ ਚਿਲਡਰਨ, ਕਿ ਬੱਚੇ ਔਰ ਔਰਤਾਂ ਉੱਥੇ ਜਾ ਕੇ ਤੇ ਤਫਰੀਹ ਕਰ ਸਕਣ। ਉਹਦੇ ਇਲਾਵਾ ਅਸੀਂ ਲੋਕਾਂ ਦੇ ਮਸਲੇ ਮਸਾਇਲ, ਜਿਹੜੇ ਤੁਹਾਨੂੰ ਪਤਾ ਹੈ ਕਿ ਪਿੰਡਾਂ ਥਾਵਾਂ ਦੇ ਵਿੱਚ ਲੋਕ ਜਿਹੜੇ ਨੇ ਨਾ ਉਹ ਪੁਲਿਸ ਵਿੱਚ ਨਹੀਂ ਜਾਣਾ ਚਾਹੁੰਦੇ, ਕਿਉਂਕਿ ਪੁਲਿਸ ਤੇ ਲਾ ਲੈਂਦੀ ਹੈ ਨਾ, ਛਿੱਲੜ ਲਾ ਲੈਂਦੀ ਹੈ ਬੰਦਿਆਂ ਕੋਲ, ਤੇ ਉਹਨੇ ਪੈਸੇ ਦਿੱਤਿਆਂ ਬਗੈਰ ਗਰੀਬ ਦਾ ਕੰਮ ਨਹੀਂ ਹੁੰਦਾ। ਤੇ ਮੁਸ਼ਤਾਕ ਨੇ ਜਿਹੜਾ ਇਹ ਕੰਮ ਇੱਥੇ ਸ਼ੁਰੂ ਕੀਤਾ ਹਵੇਲੀ ਦੇ ਵਿੱਚ, ਅਸੀਂ ਉਹ ਥਾਂ ਇਹਨੂੰ ਪ੍ਰੋਵਾਈਡ ਕੀਤੀ ਜਿੱਥੇ ਬਹਿ ਕੇ ਪਰੇ ਪੰਚਾਇਤ ਕਰਦਾ ਹੈ, ਅੱਜ ਵੀ ਕਰਦਾ ਹੈ, ਔਰ ਕਈ ਹਜ਼ਾਰਾਂ ਉੱਥੇ ਮਸਲੇ ਮਸਾਇਲ ਅਸੀਂ ਇਸ ਦੇ ਜ਼ਰੀਏ ਲੋਕਾਂ ਦੇ ਹੱਲ ਕੀਤੇ, ਆਪਸ ਵਿੱਚ ਲੋਕਾਂ ਨੂੰ ਰਲਾਇਆ, ਉਹਨਾਂ ਦੀਆਂ ਰਾਂਦਾਂ ਖਤਮ ਕਰਾਈ ਮੁਕਾਈਆਂ, ਔਰ ਇਸ ਤਰ੍ਹਾਂ ਕਰਕੇ ਅਸੀਂ ਇਹ ਫੈਸਿਲਿਟੀ ਵੀ ਪ੍ਰੋਵਾਈਡ ਕਰਦੇ ਰਹੇ। ਉਸ ਦੇ ਇਲਾਵਾ ਅਸੀਂ 4 ਫ੍ਰੀ ਲੰਗਰ ਖਾਨੇ ਲਾਏ, ਜਿਹੜੀ ਥਾਵਾਂ ਅਸੀਂ ਬਣਾਈਆਂ ਉੱਥੇ ਅਸੀਂ ਸਾਰਾ ਉਹਦਾ ਸਾਮਾਨ ਵਗੈਰਾ ਪੈਦਾ ਕੀਤਾ, ਔਰ ਫਿਰ ਬਹਿਰੀਆ ਵਾਲਿਆਂ ਨੇ ਉੱਥੇ ਲੰਗਰ ਸਾਨੂੰ ਦਿੱਤਾ, ਕਿਉਂਕਿ ਅਸੀਂ ਫੈਸਿਲਿਟੀਜ਼ ਜੋ ਪ੍ਰੋਵਾਈਡ ਕੀਤੀਆਂ।
ਤੇ ਕਈ ਐਸੇ ਲੋਕ ਨੇ, ਭੱਠਾ ਮਜ਼ਦੂਰ ਖਾਸ ਤੌਰ ਤੇ ਰਜ਼ਾ, ਜਿਨ੍ਹਾਂ ਦੇ ਕੋਲ 2 ਵੇਲੇ ਦੀ ਰੋਟੀ ਨਹੀਂ ਹੁੰਦੀ, ਤੁਹਾਨੂੰ ਪਤਾ ਹੀ ਹੈ, ਰੇਹੜੀ ਲਾਉਣ ਵਾਲੇ, ਗਰੀਬ ਜੀ ਹਾਂ। ਗੁਰਬਾ, ਹਜ਼ਾਰੋਂ ਬੰਦਾ ਅੱਜ ਵੀ ਜਿਹੜਾ ਹੈ ਨਾ ਉਹ ਬਾਇਜ਼ਤ ਤਰੀਕੇ ਨਾਲ ਸਾਫ਼ ਸੁਥਰੀ ਥਾਂ ਤੇ ਆ ਕੇ ਸਵੇਰ ਔਰ ਸ਼ਾਮ ਰੋਟੀ ਖਾ ਸਕਦਾ ਹੈ, ਹਜ਼ਾਰ ਹਾ ਬੰਦਾ। ਕਰਦਿਆਂ ਕਰਾਂਦਿਆਂ 2015 ਆ ਗਿਆ ਤੇ ਹੁਣ ਮੈਂ ਚਾਹਾਂਗੀ ਕਿ ਜ਼ਰਾ ਤੁਸੀਂ ਮੁਸ਼ਤਾਕ ਨੂੰ ਪੁੱਛੋ, ਕਿਉਂਕਿ ਉਹ ਤੁਹਾਨੂੰ ਗ੍ਰਾਸ ਰੂਟਸ ਦੀ ਜਿਹੜੀ ਗੱਲ ਹੈ ਨਾ, ਜੇ ਸਤਹੀ ਗੱਲ ਹੈ, ਉਹ ਮੁਸ਼ਤਾਕ ਤੁਹਾਨੂੰ ਦੱਸੇਗਾ। ਜੀ ਬਿਲਕੁਲ ਮੁਸ਼ਤਾਕ ਸਾਹਿਬ, ਬਹੁਤ ਸ਼ੁਕਰੀਆ ਜੁਆਇਨ ਕਰਨ ਦਾ। ਇਹ ਬੀਬੀ ਹੋਰਾਂ ਕੋਲੋਂ ਤੇ ਮੈਂ ਪੁੱਛਿਆ ਇਹਨਾਂ ਦਾ ਸਾਰਾ ਜਿਹੜਾ ਤਜਰਬਾ ਰਿਹਾ, ਇਹ ਤੁਸੀਂ ਦੱਸੋ, ਤੁਸੀਂ ਤੇ ਨਾਲ ਕੰਮ ਕਰਦੇ ਰਹੇ ਹੋ ਇਹਨਾਂ ਦੇ ਨਾਲ, ਤੇ ਹਲਕੇ ਦੇ ਵਿੱਚ ਤੇ ਆਵਾਮ ਦੇ ਵਿੱਚ ਤੇ ਪਿੰਡਾਂ ਥਾਵਾਂ ਜਿੱਥੇ ਜਾਂਦੇ ਹੋ, ਲੋਕਾਂ ਨੂੰ ਮਿਲਦੇ ਹੋ, ਉੱਥੇ ਲੋਕਾਂ ਦੇ ਮਸਾਇਲ ਜਿਹੜੇ ਨੇ ਉਹ ਕਿਸ ਤਰ੍ਹਾਂ ਤੁਸੀਂ ਹੱਲ ਕਰਦੇ ਰਹੇ ਹੋ ਮਿਲ ਕੇ। ਇਹ ਜੋ ਕੰਮ ਕੀਤਾ ਜ਼ਰਾ ਥੋੜਾ ਜਿਹਾ ਉਹਦਾ ਖੁਲਾਸਾ ਦਿਓ, ਫਿਰ ਉਸ ਤੋਂ ਬਾਅਦ ਮੈਂ ਇਹ ਪੁੱਛਣਾ ਕਿ ਹੁਣ ਤੁਸੀਂ ਕੀ ਤਿਆਰੀਆਂ ਕਰਦੇ ਪਏ ਹੋ ਇਲੈਕਸ਼ਨ ਦੀਆਂ ਅੱਗੇ। ਜੀ ਮੁਸ਼ਤਾਕ ਸਾਹਿਬ। ਜੀ ਮਿਹਰਬਾਨੀ ਰਜ਼ਾ ਸਾਹਿਬ। ਰਜ਼ਾ ਸਾਹਿਬ, ਇਸ ਤਰ੍ਹਾਂ ਹੈ ਕਿ ਬੀਬੀ ਦਾ ਕਿਸ ਤਰ੍ਹਾਂ ਬੀਬੀ ਦਾ ਬਲਕਿ ਸਾਰਾ ਦੱਸਿਆ ਕੰਮਾਂ ਦੇ ਹਵਾਲੇ ਨਾਲ। 2008 ਤੋਂ ਕੰਮ ਚੱਲ ਰਹੇ ਨੇ ਸਾਰੇ। ਕਦੋਂ ਬੀਬੀ ਰੀ ਸ਼ਿਰਗੜ੍ਹ ਦੇ ਵਿੱਚ ਗਏ, ਆਪਣਾ ਵੱਡੇ ਸ਼ਾਹਰਾਂ ਦਾ ਹੁਕਮ ਹੈਗਾ ਸੀ, ਜਦੋਂ ਬੀਬੀ ਰਾਂ ਦੇ ਚਾਚਾ ਸੀ ਸਜਾਰ ਇੱਧਰ, ਉੱਥੋਂ ਦੇ ਇੱਕ ਮੰਨਿਆ ਤੰਨਿਆ ਲੀਡਰ ਹੈਗੇ ਸਨ, ਉਹਨਾਂ ਸਿਆਸਤ ਕੀਤੀ ਪੂਰੀ ਜ਼ਿੰਦਗੀ, ਇੱਕ ਇਬਾਦਤ ਕੀਤੀ ਉਸ ਇਲਾਕੇ ਦੀ। ਜਦੋਂ ਉਹਨਾਂ ਦੀ ਡੈਥ ਹੋਈ, ਉਹਨਾਂ ਦੇ ਡੈਥ ਤੋਂ ਬਾਅਦ ਤੇ ਉਸ ਇਲਾਕੇ ਦੀ ਆਵਾਮ ਨੂੰ ਬੜੀ ਕਮੀ ਮਹਿਸੂਸ ਹੋਈ, ਤੇ ਕਿਹੜੀ ਕਮੀ ਉਹ ਪੂਰੀ ਕਰਨ ਵਾਸਤੇ ਬੀਬੀ ਆਰਾਂ ਉੱਥੇ ਜਾ ਕੇ ਸ਼ਿਰਗੜ੍ਹ ਦੇ ਵਿੱਚ ਇੱਕ ਹਵੇਲੀ ਆਬਾਦ ਕੀਤੀ, ਉੱਥੇ ਜਾ ਕੇ ਬੈਠੇ। ਉਹ 2008 ਤੋਂ ਅਸੀਂ ਸਟਾਰਟ ਲਿਆ ਇਹਨਾਂ ਸਾਰੇ ਕੰਮਾਂ ਦਾ, ਜਿਹੜੇ ਫਲਾਹ ਦੇ ਕੰਮ ਸਨ ਜਿਨ੍ਹਾਂ ਬੀਬੀ ਆਰਾਂ ਪਿੱਛੇ ਜ਼ਿਕਰ ਕੀਤਾ। ਕੈਂਪ, ਆਪਣਾ ਮੈਡੀਕਲ ਕੈਂਪ ਹੋ ਗਿਆ, ਸਾਫ਼ ਪਾਣੀ ਦੇ ਪਲਾਂਟ ਹੋ ਗਏ ਜਾਂ ਲੰਗਰਖਾਨੇ ਹੋ ਗਏ, ਇਸ ਤੋਂ ਇਲਾਵਾ ਔਰਤਾਂ ਵਾਸਤੇ ਬੇਸ਼ੁਮਾਰ ਕੰਮ ਕੀਤੇ। ਇਲਾਜ ਮਾਜਰੇ ਦਾ ਬਾਈਪਾਸ ਤੱਕ ਬੀਬੀ ਆਰਾਂ ਮਿਹਨਤ ਕਰਕੇ ਉਹ ਲੋਕਾਂ ਦਾ ਇਲਾਜ ਮਾਜਰਾ ਵੀ ਕਰਵਾਇਆ। ਤੇ ਸਿਆਸਤ ਦੇ ਨਾਲ ਤਾਂ ਬਿਲਕੁਲ ਨਹੀਂ ਹੈਗਾ ਸੀ, ਸਿਰਫ ਲੋਕਾਂ ਦੀ ਖਿਦਮਤ ਜਾਂ ਇਬਾਦਤ, ਜਾਂ ਜੋ ਲੋਕ ਸ਼ਾਹਰਾਂ ਦੇ ਨਾਲ ਹੈਗੇ ਸਨ ਪਿਆਰ ਮੁਹੱਬਤ ਕਰਦੇ, ਉਹਨਾਂ ਦੇ ਕੰਮ ਆਣਾ। ਸਾਡੀ ਇੱਕ ਅਸੀਂ ਉੱਤੇ ਬਹਿ ਤੇ ਆਪਣਾ ਰੀਤ ਬਣਾ ਲਈ, ਕਿਉਂਕਿ ਲੋਕਾਂ ਨੂੰ ਇਨਸਾਫ ਮਿਲੇ। ਹੋਇਆ ਜੀ 2008 ਤੋਂ ਕਿਸ ਟਾਈਮ 2013 ਦਾ ਇਲੈਕਸ਼ਨ ਆਇਆ। ਹਾਲਾਂਕਿ ਵੱਡੇ ਸ਼ਾਹਰੀ ਬੀਬੀ ਆਰਾਂ ਦੇ ਜੋ ਵਾਲਦ ਸਾਹਿਬ ਸਨ, ਸੈਯਦ ਮੁਹੰਮਦ ਮੋਹਸਨ ਸ਼ਾਹ ਸਾਹਿਬ, ਉਹਨਾਂ ਨੇ ਬੇਸ਼ੁਮਾਰ ਉਹ ਕੰਮ ਕੀਤੇ ਨੇ, ਕਿਹੜੇ ਕਈਆਂ ਸਾਲਾਂ ਤੋਂ ਕੀਤੇ ਨੇ, ਲੇਕਿਨ ਉਹ ਸਿਆਸਤ ਦੇ ਵਿੱਚ ਆਪਣੇ ਭਾਈ ਸੈਯਦ ਸਜਾਦ ਇੱਧਰ ਦੀ ਵੀ ਪਰ ਹਿੱਸਾ ਨਹੀਂ ਲੈਂਦੇ ਸਨ। ਲੇਕਿਨ ਕਿਸ ਟਾਈਮ 2013 ਦਾ ਆਇਆ ਵਕਤ, ਅਸੀਂ ਉਸ ਟਾਈਮ ਕੰਮ ਕੀਤੇ, ਉਸ ਨੂੰ ਲੋਕਾਂ ਨੇ ਮਜਬੂਰ ਕੀਤਾ ਵੀ ਤੁਸੀਂ ਇਤਨਾ ਕੰਮ ਕੀਤਾ ਹੈ ਔਰ ਇਸ ਡੇਰੇ ਤੋਂ ਇਨਸਾਫ ਮਿਲਦਾ ਹੈ ਔਰ ਕੰਮ ਹੁੰਦੇ ਨੇ ਲੋਕਾਂ ਦੇ, ਗਰੀਬ ਬੰਦਿਆਂ ਦੀ ਗੱਲ ਸੁਣੀ ਜਾਂਦੀ ਹੈ। ਤੇ ਉਹਨਾਂ ਦੀ ਖੁਆਇਸ਼ ਹੈਗੀ ਸੀ ਵੀ ਇੱਕ ਅੱਛਾ ਕੈਂਡੀਡੇਟ ਆਵੇ। ਬੀਬੀ ਆਰਾਂ ਨੂੰ ਵੀ ਆਫਰ ਕੀਤੀ, ਲੋਕਾਂ ਨੇ ਬੜਾ ਆਪਣਾ ਆ ਕੇ ਇਸ ਗੱਲ ਤੇ ਬਾਅਦ ਜਿੱਦ ਹੋਏ ਵੀ ਤੁਸੀਂ ਬੀਬੀ ਇਲੈਕਸ਼ਨ ਲੜੋ, ਲੇਕਿਨ ਬੀਬੀ ਨੇ ਕਿਹਾ ਨਹੀਂ, ਮੈਂ ਇਲੈਕਸ਼ਨ ਨਹੀਂ ਲੜਨਾ, ਅਸੀਂ ਖਿਦਮਤ ਕਰਨੀ ਆਵਾਮ ਦੀ। ਲੇਕਿਨ ਉਸ ਟਾਈਮ ਉੱਥੇ ਬੀਬੀ ਵੱਡੇ ਸ਼ਾਹਰਾਂ ਦਾ ਭਤੀਜਾ ਹੀ ਹੈ, ਉਹ ਪਹਿਲੇ MNA ਰਹਿ ਚੁੱਕਿਆ ਹੈ, ਉਹ ਉਹਨਾਂ ਦੇ ਬਰਾਦਰੀ ਦਾ ਹੈਗਾ ਸੀ, ਲੇਕਿਨ ਨੌਜਵਾਨ ਸੀ। ਉਸ ਟਾਈਮ ਸਾਰੀ ਬਰਾਦਰੀ ਨੇ, ਵੱਡੇ ਸ਼ਾਹਰਾਂ ਨੇ ਫੈਸਲਾ ਕੀਤਾ ਵੀ ਨੌਜਵਾਨ ਹੈ, ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਤੇ ਆ ਸ਼ਾਹਰਾਂ ਦੀ ਜਗ੍ਹਾ ਤੇ ਇਹਨਾਂ ਨੂੰ, ਆਪਣਾ ਸੈਯਦ ਸਜਾਦ ਦੀ ਜਗ੍ਹਾ ਤੇ ਇਹਨੂੰ ਆਪਾਂ ਇਲੈਕਸ਼ਨ ਲੜਾਵੀਏ ਔਰ ਆਵਾਮ ਪੂਰੀ ਸਪੋਰਟ ਕਰੇ। ਲੇਕਿਨ ਲੋਕਾਂ ਨੇ ਕਿਹਾ ਜੀ ਅਸੀਂ ਸਪੋਰਟ ਨਹੀਂ ਕਰਨੀ, ਕਿਉਂਕਿ ਉਹ ਜੋ ਬੀਬੀ ਦਾ ਔਰ ਆਪਣਾ ਸ਼ਾਹਰਾਂ ਦਾ ਭਤੀਜਾ ਸੀ, ਉਹ ਉਹਨਾਂ ਦਾ ਜਿਹੜਾ ਵੱਡੇ ਸਨ, ਉਹ ਪਹਿਲੇ 2 ਦਫਾ ਇਲੈਕਸ਼ਨ ਲੜ ਚੁੱਕੇ ਸਨ ਟਿਕਟ ਤੋਂ, ਨੂਨ ਲੀਗ ਦੀ ਟਿਕਟ ਤੋਂ, ਲੇਕਿਨ ਉਹ ਉੱਤੇ ਹਾਰ ਗਏ ਸਨ 2 ਦਫਾ। ਤੇ ਆਵਾਮ ਨੇ ਕਿਹਾ ਜੀ ਅਸੀਂ ਪਹਿਲੇ ਵੀ ਵੋਟ ਨਹੀਂ ਦਿੱਤਾ, ਹੁਣ ਵੀ ਨਹੀਂ ਦੇਣਾ। ਲੇਕਿਨ ਉਹਦੇ ਵਿੱਚ ਸਾਰੇ ਜਿਤਨੇ ਧੜੇ ਸਨ ਸ਼ਾਹਰਾਂ ਨੇ, ਵੀਰ ਸੈਯਦ ਸਜਾਦ ਇੱਧਰ ਦੇ, ਉਹ ਬੀਬੀ ਆਰਾਂ ਔਰ ਵੱਡੇ ਸ਼ਾਹਰਾਂ ਆਪਣੇ ਸਕੂਲ ਦੇ ਵਿੱਚ ਉੱਥੇ ਆਪਣੇ ਡੇਰੇ ਤੇ ਉਹਨਾਂ ਨੂੰ ਕੱਟ ਕੀਤਾ, ਉਹਨਾਂ ਨੂੰ ਇਸ ਚੀਜ਼ ਤੇ ਮੁਤਮਿਨ ਕੀਤਾ। ਲੇਕਿਨ ਲੋਕ ਕਹਿੰਦੇ ਸਨ ਨਹੀਂ ਜੀ, ਸਾਰੀ ਉਮਰ ਪੀਰ ਸਜਾਦ ਇੱਧਰ ਤੇ ਸ਼ਰੀਕ ਨੇ ਤੇ ਇਹਨਾਂ ਦੀ ਨਹੀਂ ਬਣੀ, ਤੇ ਤੁਸੀਂ ਆ ਗਲਤ ਫੈਸਲਾ ਕਰ ਰਹੇ ਜੀ। ਲੇਕਿਨ ਬੀਬੀ ਆਰਾਂ ਔਰ ਵੱਡੇ ਸ਼ਾਹਰਾਂ ਦਾ ਹੁਕਮ ਸੀ, ਨਹੀਂ ਤੁਸੀਂ, ਇਹ ਸਾਡਾ ਆਪਣਾ ਬੰਦਾ ਹੈ, ਨੌਜਵਾਨ ਹੈ, ਤੁਹਾਡੀ ਖਿਦਮਤ ਕਰੇਗਾ, ਇਹਦੀ ਤੁਸੀਂ ਸਪੋਰਟ ਕਰੋ। ਅਸੀਂ 2013 ਦੇ ਵਿੱਚ ਫਿਰ ਬੀਬੀ ਰਾਹੀਂ ਉਹਨੂੰ, ਫਿਰ ਬਲਕਿ ਟਿਕਟ ਦੇ ਵਿੱਚ ਵੀ ਬੀਬੀ ਆਰਾਂ ਦਾ ਕਰਦਾਰ ਹੈ, ਉਹਨੂੰ ਨੂਨ ਲੀਗ ਦੀ ਟਿਕਟ ਮਿਲੀ। ਉਹ ਟਿਕਟ ਤੇ ਫਿਰ ਸਾਰੇ ਧੜੇ ਸ਼ਾਹਰਾਂ ਦੇ ਉਹਨਾਂ ਦੇ ਨਾਲ ਅਸੀਂ ਸਾਰੇ ਸ਼ਾਮਲ ਹੋਏ, ਅਸੀਂ ਉਹਨਾਂ ਨੂੰ, ਉਹ ਬਲਕਿ ਉੱਥੋਂ ਜਿੱਤਿਆ, ਉਹ MN ਬਣ ਗਿਆ। ਉਸ ਤੋਂ ਬਾਅਦ ਤੇ 2013 ਤੋਂ ਲੈ ਕੇ ਉਹ ਗਾਇਬ ਹੋ ਗਿਆ ਕਿਸ ਟਾਈਮ ਇੱਥੇ, ਕਿਉਂਕਿ ਰਿਵਾਜ਼ ਹੈ ਇਲਾਕੇ ਦੇ ਵਿੱਚ, ਟਿਕਟ ਤੇ ਆ ਕੇ ਜਿੱਤੋ ਜੀ, ਉਸ ਤੋਂ ਬਾਅਦ ਗਾਇਬ ਹੋ ਜਾਓ ਤੇ ਫਿਰ ਲੋਕ ਜ਼ਲੀਲ ਹੈ। ਲੇਕਿਨ ਸਾਡੇ ਵਿੱਚ ਉਹ ਗੱਲ ਨਹੀਂ ਸੀ, ਨਾ ਬੀਬੀ ਦੇ ਵਿੱਚ ਸੀ, ਨਾ ਸਾਡੇ ਵਿੱਚ ਸੀ। ਬੀਬੀ ਆਰਾਂ ਦੇ ਕੋਲ ਫਿਰ ਉਹ ਲੋਕ ਆਏ ਕਿ ਨਾ ਸਾਡੇ ਕਹਿੰਦੇ ਤੁਹਾਨੂੰ ਵੋਟ ਪਾਏ ਹੋਏ ਸਨ। ਉਹਨਾਂ ਕਿਹਾ ਜੀ ਹੁਣ ਉਹ ਤਾਂ ਲੱਭ ਨਹੀਂ ਰਿਹਾ ਸਾਨੂੰ, ਤੇ ਸਾਡੇ ਮਿਹਰਬਾਨੀ ਕਰਕੇ ਆ ਕੰਮ ਕਰੋ। ਅਸੀਂ 2013 ਤੋਂ ਲੈ ਕੇ 15 ਤੱਕ ਰਜ਼ਾ ਸਾਹਿਬ ਉਸ ਆਵਾਮ ਦੇ ਕੰਮ ਕੀਤੇ, ਜੋ ਵੀ ਉਹਨਾਂ ਦੇ ਥਾਣਾ ਕਚਹਿਰੀ ਦਾ ਕੰਮ ਸੀ, ਜੋ ਇਲਾਜ ਮਾਜਰੇ ਦਾ ਸੀ, ਜੋ ਉਹਨਾਂ ਦਾ ਅਸੀਂ ਕਰ ਸਕਦੇ ਸੀ, ਦਿਨ ਰਾਤ ਕੀਤਾ। ਲੇਕਿਨ 2015 ਦੇ ਵਿੱਚ ਕਦੋਂ ਇਲੈਕਸ਼ਨ ਆਇਆ, ਬਲਦਿਆਤ ਦਾ ਇਲੈਕਸ਼ਨ ਆਇਆ, ਉਸ ਟਾਈਮ ਸ਼ਿਰਗੜ੍ਹ ਦੀ ਆਵਾਮ ਆਈ, ਉਹਨਾਂ ਕਿਹਾ ਜੀ ਹੁਣ ਆ ਗਈ ਸਾਡੀ ਵਾਰੀ, ਕਿਉਂਕਿ ਆਪਣਾ ਬਲਦਿਆਤੀ ਤੁਸੀਂ ਜਾਣਦੇ ਹੋ, ਕਿਉਂਕਿ ਆਮ ਬੰਦੇ ਨੂੰ ਇਲੈਕਸ਼ਨ ਲੜਨਾ ਚਾਹੀਦਾ, ਗਲੀ ਕੂਚੇ ਜਾਂ ਲੋਕਾਂ ਦਾ ਕੰਮ ਹੁੰਦੇ ਨੇ। ਉਹ ਇੱਕ ਉਸ ਟਾਈਮ ਬੀਬੀ ਨੇ ਕਿਹਾ ਵੀ ਆਪਾਂ ਫੈਸਲਾ ਕਰੀਏ ਉਸ ਭਤੀਜੇ ਦੇ ਨਾਲ,
ਜਿਹਨੂੰ ਸਪੋਰਟ ਕਰਕੇ ਸਾਰੇ ਇਲਾਕੇ ਦੀ ਅਸਾਂ ਦਿੱਤੀ ਉਹਨੂੰ, ਅਸੀਂ ਉਹਨਾਂ ਬੀਬੀਆਰਾਂ ਨੇ ਉਹਨੂੰ ਜਿਤਾਇਆ, ਉਹਦੇ ਨਾਲ ਮਸ਼ਵਰਾ ਕੀਤਾ। ਲੇਕਿਨ ਉਹਨੇ ਕਿਹਾ ਜੀ ਨਹੀਂ, ਆ ਨਹੀਂ ਹੋ ਸਕਦਾ ਕਿ ਅਸੀਂ ਆਮ ਬੰਦਿਆਂ ਨੂੰ ਇੱਥੋਂ ਦਾ ਚੇਅਰਮੈਨ ਬਣਾਈਏ ਸ਼ੇਰਗੜ੍ਹ ਯੂਸੀ ਦਾ, ਆ ਬਿਲਕੁਲ ਨਹੀਂ ਹੋਵੇਗਾ, ਅਸੀਂ ਆਪਣਾ ਇੱਕ ਸੈਯਦ ਹੀ ਬਣਾਵਾਂਗੇ। ਉਹਨਾਂ ਇੱਕ ਉਹ ਸੈਯਦ ਬਣਾਇਆ ਕਿ ਤਕਰੀਬਨ ਉਮਰ ਮੈਂ ਨਾ 100 ਸਾਲ ਦੇ ਨਜ਼ਦੀਕ ਪਹੁੰਚਣ ਵਾਲੀ ਹੈ, ਤੇ ਬਲਕਿ ਉਹਦੇ ਤੇ ਕਈ ਪਰਚੇ ਹੋਏ ਸਨ, ਉਹਦਾ ਬਿਲਕੁਲ ਕਿਰਦਾਰ ਠੀਕ ਨਹੀਂ ਸੀ, ਕੋਈ ਬੰਦਾ ਨਹੀਂ ਕਹਿ ਸਕਦਾ ਸੀ। ਉਹਨਾਂ ਕਿਹਾ ਜੀ ਅਸੀਂ ਇਹਨਾਂ ਨੂੰ ਚੇਅਰਮੈਨ ਬਣਾਵਾਂਗੇ ਤੇ ਬੀਬੀ ਜੀ ਤੁਸੀਂ ਸਪੋਰਟ ਕਰੋ। ਉਸ ਟਾਈਮ ਵੱਡੇ ਸ਼ਹਿਰਾਂ ਦਾ ਹੁਕਮ ਸੀ, ਆ ਨਹੀਂ ਹੋ ਸਕਦਾ, ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਉਸ ਟਾਈਮ ਮੈਂ ਇੱਕ, ਕਿਉਂਕਿ ਬੀਬੀ ਜੀ ਉਹਨੂੰ ਜਾਣਦੇ ਵੀ ਨਹੀਂ ਸਨ, ਐਡੂਕੇਟ ਸੀ, ਚੋਰੀ ਮੁਬਸ਼ਰ ਵਕੀਲ ਹੈ ਸ਼ੇਰਗੜ੍ਹ ਤੋਂ, ਅੱਛਾ ਸੀ, ਗਰੀਬ ਘਰ ਨਾਲ ਤਲਕ ਰੱਖਦਾ ਹੈ। ਉਸ ਟਾਈਮ ਸ਼ਹਿਰਾਂ ਦਾ ਹੁਕਮ ਸੀ ਤੁਸੀਂ ਇੱਕ ਆਮ ਬੰਦਾ ਖੜਾ ਕਰੋ। ਕਿਸ ਤਰ੍ਹਾਂ ਸ਼ਹਿਰਾ ਕਿਹਾ ਵੀ ਪਨੀਰੀ ਲਾਉਣਾ ਸਾਡਾ ਕੰਮ ਹੈ, ਉਹਨਾਂ ਉਹ ਪਨੀਰੀ ਉਸ ਟਾਈਮ ਹੋਈ 2015 ਦੇ ਵਿੱਚ। ਅਸੀਂ ਫਿਰ ਫੈਸਲਾ ਕੀਤਾ, ਬੀਬੀ ਰਾਲ ਆਲਮੋਸਟ ਨੂੰ ਗਰੁੱਪ ਬਣਾਇਆ ਸਾਰੇ ਸਾਥੀਆਂ ਰਲ ਕੇ, ਉਹਦੇ ਵਿੱਚ ਉਹਨੂੰ ਸ਼ੇਰਗੜ੍ਹ ਦੀ ਯੂਨੀਅਨ ਕੌਂਸਲ ਤੇ ਔਰ ਮੈਨੂੰ ਨਾਲ ਦੀ ਯੂਨੀਅਨ ਕੌਂਸਲ ਕਿਹੜੇ ਸਾਬਕ ਐਮਪੀਏ ਸਨ, ਬਲਕਿ ਉਸ ਟਾਈਮ ਮੌਜੂਦਾ ਐਮਪੀਏ ਸਨ, ਤੇ ਨੂਨ ਲੀਗ ਦੀ ਹਕੂਮਤ ਸੀ, ਤੇ ਮਿਨਿਸਟਰ ਵੀ ਸਨ ਕਿਹੜੇ 34 ਸਾਲ ਤੋਂ ਤੇ ਮਿਨਿਸਟਰ ਸਨ, ਉਹਨਾਂ ਦੀ ਘਰ ਦੀ ਯੂਨੀਅਨ ਕੌਂਸਲ, ਕਿਉਂਕਿ ਉੱਥੇ ਸਾਡਾ ਰਕਬਾ ਸੀ, ਉੱਥੇ ਵੀ ਫਲਾਹ ਦੇ ਬੀਬੀ ਨੇ ਕੰਮ ਕੀਤੇ ਉਸ ਸਨ, ਲੰਗਰ ਖਾਨਾ ਲਾਇਆ ਸੀ, ਪਾਣੀ ਦੇ ਪਲਾਂਟ ਲਾਏ ਸਨ, ਔਰ ਲੋਕਾਂ ਦੇ ਅਸੀਂ ਸਾਰੇ ਮਾਮਲੇ ਦੇਖਦੇ ਸਾਂ। ਫਿਰ ਉਹ ਯੂਨੀਅਨ ਕੌਂਸਲ ਵਿੱਚ ਬੀਬੀ ਰਾ ਮੈਨੂੰ ਨਾਮਜ਼ਦ ਕੀਤਾ, ਸ਼ੇਰਗੜ੍ਹ ਦੇ ਵਿੱਚ ਉਹ ਆਮ ਬੰਦਾ ਚੋਰੀ ਸਾਹਿਬ ਨੂੰ ਅਸੀਂ ਨਾਮਜ਼ਦ ਕੀਤਾ, ਤੇ ਲੋਕਾਂ ਨੇ ਆਜ਼ਾਦ ਸਾਡੇ ਮੁਕਾਬਲੇ ਤੇ ਟਿਕਟ ਤੇ ਗਏ ਸਨ ਚੇਅਰਮੈਨ, ਲੇਕਿਨ ਆਜ਼ਾਦ ਲੋਕਾਂ ਨੇ ਆਪਣੀ ਪੀਰੀ ਮਰੀਦੀ ਛੱਡ ਕੇ ਇਨਸ਼ਾਅੱਲਾ ਤਾਲਾ ਮੈਂ ਵੀ ਬੜੀ ਲੀਡ ਤੋਂ ਜਿੱਤਿਆ, ਔਰ ਐਮਐਨ ਦੀ ਘਰ ਦੀ ਕਿਹੜੀ ਸੀਟ ਸੀ ਉਹ ਤੋਂ ਭਾਈ ਮੁਬਸ਼ਰ ਬੜੀ ਲੀਡ ਤੋਂ ਜਿੱਤਿਆ, ਅਸੀਂ ਜਿੱਤ ਗਏ। ਬਲਦਿਆਤ ਇਲੈਕਸ਼ਨ ਜਿੱਤਣ ਤੋਂ ਬਾਅਦ ਤੇ ਅਸੀਂ ਆਪਣਾ ਤੇਜ਼ ਕੰਮ ਕਰ ਦਿੱਤਾ, ਬੜਾ ਵਰਕ ਕੀਤਾ, ਉਹ ਲੋਕਾਂ ਨੇ ਸਾਡੀ ਬੜੀ ਸਪੋਰਟ ਕੀਤੀ, ਲੋਕ ਆਜ਼ਾਦ ਹੋ ਗਏ। ਹਾਲਾਂਕਿ ਕੋਈ ਨਹੀਂ ਕਹਿ ਸਕਦਾ ਸੀ ਲੋ ਜੀ ਐਮਪੀ ਦੇ ਐਮਐਨ ਦੀ ਸੀਟ ਤਾਂ ਜਿੱਤ ਹੀ ਨਹੀਂ ਸਕਦੇ, ਲੇਕਿਨ ਲੋਕਾਂ ਨੇ ਸਾਡੀ ਬੜੀ ਸਪੋਰਟ ਕੀਤੀ, ਅਸੀਂ ਦਿਨ ਰਾਤ ਕੰਮ ਕੀਤਾ। ਬੀਬੀਆਰਾਂ ਕਿਉਂਕਿ ਫੰਡ ਤਾਂ ਮਿਲਦੇ ਨਹੀਂ ਸਨ, ਲੇਕਿਨ ਇਹਨਾਂ ਆਪਣੀ ਗ੍ਰਾਂ ਤੋਂ ਔਰ ਆਪਣੇ ਸਾਥੀਆਂ ਨੂੰ ਜਾ ਕੇ ਹਰ ਤਰ੍ਹਾਂ ਦੀ ਸਾਡੀ ਇਹਨਾਂ ਸਪੋਰਟ ਕੀਤੀ। ਉੱਥੇ ਕੈਂਪ ਲਾਇਆ, ਕੈਂਪ ਤੋਂ ਹਟ ਕੇ ਜੋ ਪਿੱਛੇ ਅਸੀਂ ਜ਼ਿਕਰ ਕਰ ਚੁੱਕੇ ਹਾਂ, ਇਸ ਤੋਂ ਇਲਾਵਾ ਜੋ ਵੀ, ਕਿਉਂਕਿ ਉੱਥੇ ਮਾਮਲੇ ਹੁੰਦੇ ਨੇ ਜ਼ਿਆਦਾਤਰ ਲੋਕਾਂ ਦੇ, ਕਿਉਂਕਿ ਉੱਥੇ ਝੂਠੇ ਪਰਚਿਆਂ ਦੀ ਸਿਆਸਤ ਹੁੰਦੀ ਸੀ, ਥਾਣੇ ਆਜ਼ਾਦ ਕਰਵਾਏ ਸਭ ਤੋਂ ਵੱਡਾ ਕੰਮ ਆਏਗਾ ਸੀ। ਅੱਛਾ, ਉਸ ਤੋਂ ਬਾਅਦ ਤੇ ਜੀ ਕਿਲੇ ਅਸੀਂ ਇਲੈਕਸ਼ਨ ਨੂੰ ਜਿੱਤ ਲਿਆ, 2018 ਦਾ ਵਕਤ ਆ ਗਿਆ, ਫਿਰ ਇਲੈਕਸ਼ਨ ਆ ਗਏ, ਉਹਦੇ ਵਿੱਚ ਫਿਰ ਮੈਦਾਨ ਦੇ ਵਿੱਚ ਆ ਗਏ ਜੀ ਉਹ ਕੋਈ ਕਿਨੂੰ ਅਸੀਂ ਆਪਣਾ ਹਰਾਇਆ, ਅਸੀਂ ਦੋ ਚੇਅਰਮੈਨਾਂ ਨੇ, ਇੱਕ ਐਮਪੀਏ ਤੇ ਇੱਕ ਦੂਸਰਾ, ਉਹਨਾਂ ਕੇ ਜੀ ਅਸੀਂ ਇਲੈਕਸ਼ਨ ਲੜਨਾ ਹੈ। ਕਿਸ ਟਾਈਮ ਇਲੈਕਸ਼ਨ ਲੜਨ ਵਾਸਤੇ ਤਿਆਰ ਹੋ ਗਏ, ਉਸ ਟਾਈਮ ਸਾਰੀ ਦੁਨੀਆ ਫਿਰ ਕਿੰਨਾ ਸਾਨੂੰ ਵੋਟ ਪਾਇਆ ਸੀ, ਕਿੰਨਾ ਦੇ ਅਸੀਂ ਕੰਮ ਕੀਤੇ, ਉਸ ਨੂੰ ਲੱਗਿਆ ਜੀ ਅਸੀਂ ਤਾਂ ਆ ਸਾਰੀ 2015 ਦੇ ਵਿੱਚ ਮਿਹਨਤ ਕਰਕੇ ਜਿਤਾਇਆ ਹੈ, ਤਾਂ ਅਸੀਂ ਪੀਰੀ ਮਰੀਦੀ ਛੱਡੀ ਹੈ, ਤਾਂ ਅਸੀਂ ਆਜ਼ਾਦ ਹੋ ਗਏ ਹਾਂ। ਹੁਣ ਫਿਰ ਅਗਰ ਆ ਲੋਕ ਆਉਣ ਤੇ ਸਾਡੇ ਤੇ ਜ਼ੁਲਮ ਹੋਵੇਗਾ, ਤੇ ਮਿਹਰਬਾਨੀ ਕਰੋ ਹੁਣ ਇਲੈਕਸ਼ਨ ਬੀਬੀ ਜੀ ਤੁਸੀਂ ਲੜੋ। ਅਸੀਂ ਸਾਰਿਆਂ ਫਿਰ ਬੀਬੀਆਰਾਂ ਨੂੰ ਮਜਬੂਰ ਕੀਤਾ, ਰਜ਼ਾ ਸਾਹਿਬ ਬੀਬੀਆਰਾਂ ਸਾਡੇ ਕਹਿਣੇ ਤੇ ਬੜੀ ਮੁਸ਼ਕਲ ਹਾਮੀ ਭਰੀ, ਕਿਉਂਕਿ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸਨ, ਖਿਦਮਤ ਵੈਸੇ ਹੀ ਕਰਨਾ ਚਾਹੁੰਦੇ ਸਨ ਆਵਾਮ ਦੀ, ਲੇਕਿਨ ਇਹਨਾਂ ਫਿਰ ਸਾਡੇ ਨਾਲ ਇੱਕ ਵਾਅਦਾ ਲਿਆ ਨਾ ਕਿ ਜੇਕਰ ਮੈਂ ਇਲੈਕਸ਼ਨ ਲੜਸਾ ਤੇ ਜ਼ਰੂਰ ਫਿਰ ਮੈਂ ਆਜ਼ਾਦ ਲੜਨਾ ਹੈ, ਮੇਰੇ ਨਾਲ ਵਾਅਦਾ ਕਰੋ ਮੈਂ ਕਿਸੇ ਟਿਕਟ ਤੋਂ ਇਲੈਕਸ਼ਨ ਨਹੀਂ ਲੜਨਾ। ਤੇ ਫਿਰ ਬੀਬੀ 2018 ਵਿੱਚ ਆਜ਼ਾਦ ਇਲੈਕਸ਼ਨ ਲੜੇ ਰਜ਼ਾ ਸਾਹਿਬ, ਫਿਰ ਉਸ ਬੰਦੇ ਨੂੰ ਹਰਾਇਆ ਕਿੰਨਾ ਸਾਰੀ ਉਮਰ ਝੂਠੇ ਪਰਚਿਆਂ ਤੇ ਥਾਣਿਆਂ ਤੇ ਸਿਆਸਤ ਕੀਤੀ, ਕਿਹੜੇ ਬਿਲਕੁਲ ਉੱਥੇ ਮਿਲਦੇ ਹੀ ਨਹੀਂ ਸਨ, ਟਿਕਟਾਂ ਤੇ ਜਿੱਤੇ ਸਦਾ ਬਾਹਰ ਐਮਪੀ ਸਦਾ ਬਾਹਰ ਮਿਨਿਸਟਰ ਰਹੇ, 34 ਸਾਲ ਉਹ ਇਕਤਦਾਰ ਦੇ ਵਿੱਚ ਰਹੇ, ਲੇਕਿਨ ਬੁਰਾ ਹਾਲ ਉਸ ਹਲਕੇ ਦਾ। ਤੇ ਬੀਬੀਆਂ ਉਸ ਆਵਾਮ ਨੇ ਔਰ ਅਸਾਂ ਸਾਰਿਆਂ ਰਲ ਕੇ ਬੀਬੀਆਂ ਨੂੰ 25,000 ਦੀ ਲੀਡ ਤੋਂ ਜਿਤਾਇਆ। ਫਿਰ 2000 ਇਲੈਕਸ਼ਨ ਕੇ ਲਈ ਜਿੱਤ ਗਏ। ਜਿੱਤਣ ਤੋਂ ਬਾਅਦ ਤੇ ਅਸੀਂ ਫਿਰ ਸਾਰੇ ਸਾਥੀਆਂ ਨਾਲ, ਕਿਉਂਕਿ ਅਗੂ ਹਕੂਮਤ ਪੀਟੀਆਈ ਦੀ ਬਣੀ, ਬੀਬੀਆਂ ਦਾ ਮਸ਼ਵਰਾ ਕੀਤਾ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ, ਤੇ ਬੀਬੀਆਂ ਸਾਡੇ ਸਾਥੀਆਂ ਦੇ ਹਲਕੇ ਦੇ ਪਿੱਛੇ ਲੱਗਦੇ, ਹਲਕੇ ਦੇ ਫਾਇਦੇ ਦੇ ਪਿੱਛੇ ਲੱਗਦੇ ਅਤਮਾਦ ਦਾ ਵੋਟ ਪੀਟੀਆਈ ਨੂੰ ਦਿੱਤਾ। ਉਹ ਪੀਟੀਆਈ ਤੋਂ ਉਸ ਤੋਂ ਬਾਅਦ ਬੇਸ਼ੁਮਾਰ ਪੀਟੀਆਈ ਦੇ ਕੋਲੋਂ ਬੇਸ਼ੁਮਾਰ ਅਸੀਂ ਆਪਣੇ ਹਲਕੇ ਵਾਸਤੇ ਫੰਡ ਲਏ, ਉਹਦਾ ਘਰ ਕਿਹੜਾ 34 ਸਾਲ ਦੇ ਵਿੱਚ ਨਹੀਂ ਬਣਾ ਸਕਿਆ, ਉੱਥੋਂ ਦੇ ਰੋਡ, ਉੱਥੋਂ ਦੀ ਗਲੀਆਂ, ਉੱਥੋਂ ਦਾ ਜੋ ਕਰ ਸਕਦੇ ਸੀ ਉਹ ਕੀਤਾ, ਥਾਣੇ ਆਜ਼ਾਦ ਕੀਤੇ 2000। ਉਸ ਤੋਂ ਇਲਾਵਾ ਅਸੀਂ ਉਹ ਤੁਸੀਂ ਜਾ ਕੇ ਦੇਖੋ ਦੇ ਇਲਾਕਾ ਪੁੱਛੋ ਦੇ, ਹਰ ਬੰਦਾ ਆਜ਼ਾਦ ਹੋ ਗਿਆ, ਹਰ ਬੰਦਾ ਆਪਣੇ ਫੈਸਲੇ ਖੁਦ ਕਰਦਾ ਹੈ, ਕਿਸੇ ਸਿਆਸੀ ਤੇ ਜਾਣ ਦੀ ਨਹੀਂ ਜ਼ਰੂਰਤ, ਸਿਆਸੀ ਦੇ ਡੇਰੇ ਜਾਣ ਦੀ ਨਹੀਂ ਜ਼ਰੂਰਤ। ਉਹ ਬੀਬੀ ਦੇ ਨਾਲ ਦਿਨ ਰਾਤ ਰਾਬਤਾ ਬੀਬੀ ਦਾ ਆਪਣਾ ਹੁੰਦਾ ਸੀ, ਸਾਡਾ ਹੁੰਦਾ ਸੀ, ਹਰ ਟਾਈਮ ਉੱਥੇ ਹਾਜ਼ਰ ਹੁੰਦਾ ਸੀ। ਬੀਬੀ ਨੇ ਬੜੀ ਖਿਦਮਤ ਕੀਤੀ ਉਸ ਇਲਾਕੇ ਦੀ, ਉਹ ਇਲਾਕਾ ਵੀ ਬੋਲਦਾ ਔਰ ਸਾਥੀ ਵੀ ਬੋਲਦੇ ਨੇ, ਉਹ ਸਾਥੀ ਅੱਜ ਵੀ ਸਾਡੇ ਨਾਲ ਕਾਇਮ ਨੇ। ਜੀ ਬਿਲਕੁਲ ਮੁਸ਼ਤਾਕ ਸਾਹਿਬ, ਬੜੀ ਸ਼ੁਕਰੀਆ। ਹੁਣ ਗੁਫ਼ਤਗੂ ਅਸੀਂ ਜਾਰੀ ਰੱਖਦੇ ਹਾਂ ਤੇ ਇਹ ਦੱਸੋ ਜੁਗਨੂ ਸਾਹਿਬਾ ਕਿ ਤੁਸੀਂ ਐਮਐਨ ਦਾ ਇਲੈਕਸ਼ਨ ਕਿਉਂ ਨਹੀਂ ਲੜਨਾ ਹੁਣ, ਜਾਂ ਤਿਆਰੀਆਂ ਫੜੀਆਂ ਜੇ ਅਗਲੇ ਇਲੈਕਸ਼ਨ ਦੀਆਂ ਵੀ? ਤੇ ਇੱਕ ਤੇ ਮੈਂ ਇੱਕ ਤੇ ਨਾਲ ਇਸ ਦੇ ਇੱਕ ਹੋਰ ਸਵਾਲ ਹੈ ਕਿ ਇਹ ਬੜੀ ਮੈਂ ਦੇਖੀ ਹੈ ਕਿ ਇਹ ਮੈਨੂੰ ਥੋੜਾ ਜਿਹਾ ਅਜੀਬੋ ਗਰੀਬ ਹੀ ਲੱਗਿਆ ਕਿ ਤੁਸੀਂ ਜਿਹੜੀ ਆਪਣੀ ਸੀਟ ਹੈ ਆਪਣੇ ਕੋਲ ਹੀ ਰੱਖੀ, ਕਿਸੇ ਖਾਨਦਾਨ ਨੂੰ ਨਹੀਂ ਦਿੱਤੀ, ਬਲਕਿ ਤੁਸੀਂ ਮੁਸ਼ਤਾਕ ਸਾਹਿਬ ਦੇ ਵਾਲੇ ਮੁਸ਼ਤਾਕ ਸਾਹਿਬ ਨੂੰ ਖਿਲਾਰ ਰਹੇ ਹੋ ਉਸ ਹਲਕੇ ਤੋਂ। ਇਹ ਵੀ ਇੱਕ ਮੇਰੇ ਖਿਆਲ ਨਾਲ ਫਰਕ ਰਵਾਇਤ ਪਰ ਪੈਂਦੀ ਹੈ, ਕਿਉਂਕਿ ਰੀਤ ਤੇ ਇਹ ਹੈ ਨਾ ਕਿ ਖਾਨਦਾਨ ਦਾ ਹੋਏ, ਚਾਚਾ ਭਤਰੀਆ ਭਤਰੀ, ਅੱਜ ਕੱਲ ਤੇ ਇਸ ਤਰ੍ਹਾਂ ਹੀ ਚੱਲਦਾ ਕੰਮ।
ਤੇ ਇਹ ਥੋੜਾ ਜਿਹਾ ਮੈਨੂੰ ਦੱਸੋ ਤੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਵੀ ਜਾਣਨ ਕਿ ਇਹਦੇ ਪਿੱਛੇ ਕੀ ਮੰਤਕ ਹੈ। ਰਜ਼ਾ, ਗੱਲ ਇਹ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ, ਸਾਡਾ ਮਕਸਦ ਨਸਬੁਲੈਨ ਮਿਸ਼ਨ ਇਹੀ ਸੀ ਕਿ ਆਵਾਮ ਜਿਹੜਾ ਹੈ ਨਾ ਉਹਨੂੰ ਬਾਇਖਤਿਆਰ ਕੀਤਾ ਜਾਵੇ। ਪਨੀਰੀ ਲਾਉਣ ਦਾ ਮਕਸਦ ਇਹੀ ਹੁੰਦਾ ਹੈ। ਸਕੂਲਸ ਖੜੇ ਕਰਨੇ, ਸਿਹਤ ਦਾ ਕੰਮ ਮੁਯੱਸਰ ਕਰਨਾ, ਉੱਥੇ ਜਾ ਕੇ ਜਿਹੜੇ ਅੰਡਰਸਰਵਡ ਏਰੀਆਜ਼ ਨੇ ਜਿੱਥੇ ਲੋਕ ਕਿਸੇ ਨੂੰ ਕੋਈ ਪੁੱਛਦਾ ਨਹੀਂ, ਮਕਸਦ ਇਹੀ ਹੁੰਦਾ ਹੈ ਕਿ ਆਵਾਮ ਬਾਇਖਤਿਆਰ ਹੋਵੇ, ਆਵਾਮ ਪੜ੍ਹੀ ਲਿਖੀ ਹੋਵੇ, ਆਵਾਮ ਆਪਣੇ ਹੱਥ 'ਚ ਆਪਣੇ ਹਕੂਕ ਲੈ ਕੇ ਤੇ ਆਪਣੀ ਜੰਗ ਆਪ ਲੜਨ ਦੀ ਕਾਬਿਲ ਹੋਵੇ। ਇਹ ਮੇਰੇ ਵਾਲਿਦ ਸਾਹਿਬ ਦਾ, ਮੇਰੀ ਵਾਲਦਾ ਦਾ, ਮੇਰੇ ਮਾਮੂ ਦਾ, ਸਾਡੇ ਖਾਨਦਾਨ ਦਾ ਹੀ ਮਨਸ਼ੂਰ ਸੀ ਔਰ ਇਸੇ ਨੂੰ ਮੈਂ ਇਨਸ਼ਾਅੱਲਾ ਤਕਵੀਅਤ ਦਿੱਤੀ ਤੇ ਅੱਗੇ ਲੈ ਕੇ ਗਈ ਹਾਂ। ਔਰ ਮੈਂ ਸਮਝਨੀ ਹਾਂ ਕਿ ਪੀਪੀ 187 ਜਿਹੜੀ ਮੇਰੀ ਜਿੱਤੀ ਜਿਤਾਈ ਸੀਟ ਹੈ ਔਰ ਅੱਜ ਵੀ ਮੈਨੂੰ ਲੋਕਾਂ ਦੇ ਬੇਸ਼ੁਮਾਰ ਮੁਤਾਲਬੇ ਨੇ ਕਿ ਤੁਸੀਂ ਲੜੋ ਇਲੈਕਸ਼ਨ। ਮੈਂ ਸਮਝਨੀ ਹਾਂ ਕਿ ਮੁਸ਼ਤਾਕ ਇਸ ਦੇ ਲਾਇਕ ਹੈ। ਇਹਨੇ 15 ਸਾਲ ਮੇਰੇ ਨਾਲ ਅਣਥੱਕ ਮਿਹਨਤ ਕੀਤੀ ਹੈ ਔਰ ਇਹਨੇ ਬੜੇ ਕੰਮ ਕੀਤੇ ਨੇ ਔਰ ਇਹ ਪਰਫੈਕਟਲੀ ਟ੍ਰੇਨਡ ਹੈ, ਇਸ ਕਾਬਿਲ ਹੈ ਕਿ ਇਹ ਇਸ ਹਲਕੇ ਦੇ ਸਾਰੇ ਜਿਹੜੇ ਕੰਮ ਨੇ ਉਹ ਕਰ ਸਕੇ। ਔਰ ਮੈਂ ਹਮੇਸ਼ਾ ਇਹ ਗੱਲ ਕੀਤੀ ਹੈ ਰਜ਼ਾ ਕਿ ਮੈਂ ਸਿਰਫ ਉਹ ਪੁੱਲ ਹਾਂ ਜਿੰਦੇ ਉੱਤੋਂ ਇਹ ਲੋਕਾਂ ਨੇ ਪਾਰ ਹੋ ਕੇ ਆਪਣੇ ਇਖਤਿਆਰਾਤ ਆਪਣੇ ਹੱਥ 'ਚ ਲੈਣੇ ਨੇ। ਔਰ ਇਹ ਜਿਹੜੀ ਮੌਰੂਸੀ ਸਿਆਸਤ ਹੈ ਕਿ ਜੀ ਆਪਣੇ ਪੁੱਤਰ ਨੂੰ, ਭਤਰੀਏ ਨੂੰ ਜਾਂ ਕਿਸੇ ਨੂੰ ਆਪਣੇ ਨੂੰ ਲੈਂਦੇ, ਕੋਈ ਇਹ ਬਿਜ਼ਨਸ ਤੇ ਨਹੀਂ ਨਾ, ਇਹ ਬਿਜ਼ਨਸ ਤੇ ਨਹੀਂ ਹੈ, ਇਹ ਤੇ ਪਬਲਿਕ ਸਰਵਿਸ ਹੈ, ਸੈਲਫ ਸਰਵਿਸ ਤੇ ਨਹੀਂ। ਲੇਕਿਨ ਬਦਕਿਸਮਤੀ ਨਾਲ ਇਸ ਮੁਲਕ ਪਾਕਿਸਤਾਨ ਦੇ ਵਿੱਚ ਇਹ ਸੈਲਫ ਸਰਵਿਸ ਬਣੀ ਹੋਈ ਹੈ। ਕੋਈ ਵੀ ਕਿਧਰੇ ਵੀ ਕੰਸਟੀਟਿਊਂਸੀ, ਸ਼ਾਇਦ ਉਹ ਨਾਦਰ ਕੋਈ ਹੋਵੇਗੀ ਕੰਸਟੀਟਿਊਂਸੀ ਜਿੱਥੇ ਲੋਕ ਸਿਰਫ ਆਪਣੀ ਹੱਦ ਤੱਕ ਇਹ ਕਰਦੇ ਨੇ ਕਿ ਜੀ ਕਿਸੇ ਹੋਰ ਨੂੰ ਐਮਪਾਵਰ ਕੀਤਾ ਜਾਵੇ, ਕਿਸੇ ਹੋਰ ਨੂੰ ਬਾਇਖਤਿਆਰ ਕੀਤਾ ਜਾਵੇ, ਆਵਾਮ ਵਿੱਚੋਂ ਲੋਕਾਂ ਨੂੰ ਬਾਇਖਤਿਆਰ ਕੀਤਾ ਜਾਵੇ ਕਿ ਸਾਡੇ ਬਾਅਦ ਉਹ ਇਹ ਪਰਚਮ ਲੈ ਕੇ ਤੇ ਅੱਗੇ ਵਧਣ। ਇਸ ਵਾਸਤੇ ਮੈਂ ਮੁਸ਼ਤਾਕ ਨੂੰ ਨਾਮਜ਼ਦ ਕੀਤਾ ਔਰ ਮੈਂ ਆਪਣੇ ਸਾਥੀਆਂ ਨੂੰ, ਸਾਰਿਆਂ ਨੂੰ ਉਹਨਾਂ ਨੂੰ ਤਲਕੀਨ ਕੀਤੀ ਹੈ ਕਿ ਮੁਸ਼ਤਾਕ ਦਾ ਸਾਥ ਦੇਵੋ। ਮੁਸ਼ਤਾਕ ਦਾ ਲਾਹੌਰ ਇਸਲਾਮਾਬਾਦ ਵਿੱਚ ਕੋਈ ਘਰ ਨਹੀਂ ਰਜ਼ਾ, ਮੁਸ਼ਤਾਕ ਦਾ ਇਸ ਹਲਕੇ ਦੇ ਵਿੱਚ ਘਰ ਹੈ। ਮੁਸ਼ਤਾਕ ਅਗਰ ਇਨਸ਼ਾਅੱਲਾ ਜਦੋਂ ਜਿੱਤੇਗਾ ਸੈਸ਼ਨ ਵਾਸਤੇ ਲਾਹੌਰ ਜ਼ਰੂਰ ਜਾਵੇਗਾ, ਲੇਕਿਨ ਉਹਦੇ ਬਾਅਦ ਇੱਥੇ ਇਲਾਕੇ ਵਿੱਚ ਹੀ ਆ ਕੇ ਰਹੇਗਾ। ਔਰ ਜਿਵੇਂ ਅੱਜ ਲੋਕ 2:30 ਵਜੇ ਇਹਨੂੰ ਜਗਾ ਕੇ ਰਾਤੀ ਔਰ ਲੈ ਜਾਂਦੇ ਨੇ ਕਿ ਜੀ ਥਾਣੇ ਦੇ ਵਿੱਚ ਸਾਡੇ ਨਾਲ ਜ਼ਿਆਦਤੀ ਹੁੰਦੀ ਪਈ ਹੈ, ਤੇ ਨਾਲ ਟੁਰੇਗਾ। ਔਰ ਮੈਨੂੰ ਇਹ ਉਮੀਦ ਹੈ ਕਿ ਇਹ 24 ਘੰਟੇ ਆਪਣੇ ਜਿਨ੍ਹਾਂ ਨੇ ਇਹਨੂੰ ਵੋਟ ਦਿੱਤੇ ਨੇ ਉਹਨਾਂ ਦੇ ਕੰਮ ਆਵੇਗਾ ਇਸ ਵਾਸਤੇ, ਔਰ ਦਿਆਨਤਦਾਰੀ ਸ਼ਫਾਫੀਅਤ ਨਾਲ ਫੰਡ ਲਾਵੇਗਾ ਜਿਵੇਂ ਮੈਂ ਲਾਏ ਨੇ। ਔਰ ਮੈਨੂੰ ਹੀ ਪਤਾ ਹੈ ਕਿ ਪੀਟੀਆਈ ਦੀ ਹਕੂਮਤ ਦੇ ਵਿੱਚ ਰਹਿ ਕੇ, ਯਾਨੀ ਕਿ ਉਹਨਾਂ ਦੇ ਇਲਾਕੀ ਰਹਿ ਕੇ, ਔਰ ਫਿਰ ਵੀ ਆਪੋਜੀਸ਼ਨ ਵਿੱਚ ਮੈਨੂੰ ਉਹ ਸਮਝਦੇ ਰਹੇ ਨੇ, ਲੇਕਿਨ ਕਿਸ ਤਰੀਕੇ ਨਾਲ ਮੈਂ ਸਾਰੀ ਉਹ ਫੰਡਿੰਗ ਕੀਤੀ। ਔਰ ਇੱਥੇ ਮੈਂ ਜ਼ਰੂਰ ਆਖਾਂਗੀ ਕਿ ਕੁਝ ਐਸੇ ਸਿਵਲ ਸਰਵੈਂਟ ਸਨ ਉਸ ਜ਼ਮਾਨੇ ਦੇ ਵਿੱਚ ਲਾਹੌਰ ਦੇ ਵਿੱਚ, ਔਰ ਮੈਂ ਖਾਸ ਤੌਰ ਤੇ PS to CM ਉਦੋਂ ਸਨ ਇਫਤਖਾਰ ਸਾਹੂ ਸਾਹਿਬ, ਖਾਨਦਾਨੀ ਆਦਮੀ, ਨਿਹਾਇਤ ਸ਼ਰੀਫ ਆਦਮੀ ਔਰ ਨਿਹਾਇਤ ਸ਼ਫਾਫ ਤਬੀਅਤ ਦੇ ਮਾਲਿਕ। ਉਹਨਾਂ ਨੇ ਮੇਰੀ ਬੜੀ ਮਾਵਨਤ ਕੀਤੀ। ਇਸੇ ਤਰ੍ਹਾਂ ਕੁਝ ਹੋਰ ਵੀ ਸਿਵਲ ਸਰਵੈਂਟ ਸਨ ਔਰ ਉਹਨਾਂ ਨੇ ਫੰਡਿੰਗ ਜਿਹੜੀ ਹੈ ਉਹ ਮੈਨੂੰ ਉਹਨਾਂ ਨੇ ਲੈ ਕੇ ਦਿੱਤੀ ਹਕੂਮਤ ਕੋਲੋਂ, ਔਰ ਮੈਂ ਸ਼ਫਾਫੀਅਤ ਨਾਲ ਆਪਣੇ ਹਲਕੇ ਦੇ ਵਿੱਚ ਫੰਡਿੰਗ ਲਵਾਈ। ਮੁਸ਼ਤਾਕ ਨੇ, ਸਾਥੀਆਂ ਨੇ ਖਲੋ ਕੇ ਹਰ ਜਗ੍ਹਾ, ਅਗਰ ਸਾਡੀਆਂ ਅੱਜ ਸੜਕਾਂ ਚੰਗੀਆਂ ਨੇ ਤੇ ਸਾਥੀਆਂ ਨੇ ਖਲੋ ਕੇ ਠੇਕੇਦਾਰਾਂ ਕੋਲੋਂ ਕੰਮ ਕਰਵਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਸੇ ਬੰਦ ਕਮਰੇ ਦੇ ਵਿੱਚ ਇਹ ਕੰਟਰੈਕਟ ਨਹੀਂ ਹੋਇਆ, ਇਹਦੇ ਉੱਤੇ ਕੋਈ ਕਮਿਸ਼ਨ ਨਹੀਂ ਖਾਦੀ ਕਿਸੇ MPA ਨੇ, ਤਾਂ ਕਿ ਸੇਵਿੰਗਸ ਕੀਤੀਆਂ, ਸਹੀ ਮਾਲ ਲੱਗਾ, ਸਹੀ ਨੰਬਰ 1 ਕੰਮ ਹੋਇਆ ਤੇ ਅੱਜ ਵੀ ਉਹ ਖਲਾ ਹੈ ਔਰ ਅੱਜ ਵੀ ਉਹ ਬੋਲਦਾ ਹੈ। ਤੇ ਇਸ ਤਰੀਕੇ ਨਾਲ ਅਸੀਂ ਬੜੀ ਮੁਸ਼ਕਿਲਾਤ ਨਾਲ ਇਹ ਕੰਮ ਕਰਵਾਇਆ ਔਰ ਹੁਣ ਮੈਂ ਚਾਹਨੀ ਹਾਂ ਕਿ ਮੁਸ਼ਤਾਕ ਅੱਗੇ ਵਧੇ ਔਰ ਇਹ PP ਦਾ ਕੰਮ ਜਿਹੜਾ ਹੈ ਉਹ ਸੰਭਾਲੇ। ਜਿੱਥੋਂ ਤੱਕ MNA ਦੀ ਗੱਲ ਹੈ, ਤੁਸੀਂ ਪੁੱਛਿਆ ਮੈਨੂੰ, ਮੈਂ ਤੁਹਾਨੂੰ ਇਹ ਗੱਲ ਮੈਂ ਜ਼ਰੂਰ ਕਰਨਾ ਚਾਹਾਂਗੀ ਰਜ਼ਾ ਕਿ ਇਹ ਜਿਹੜੇ 5 ਸਾਲ ਲੰਘੇ ਨੇ ਔਰ ਜੋ ਕੁਝ ਮੈਂ ਇਹਦੇ ਵਿੱਚ ਸਿੱਖਿਆ ਹੈ, ਔਰ ਜਿਹੜੇ ਹੁਣ ਇਮਰਾਨ ਖਾਨ ਦੇ ਜਾਣ ਤੇ ਬਾਅਦ ਜਿਹੜਾ 14 ਮਹੀਨੇ ਲੰਘੇ ਨੇ, ਇਹ ਜਿਹੜੀ ਮਖਲੂਤ ਹਕੂਮਤ ਜਿਹੜੀ ਹੈ ਇਹਨੇ ਜਿਹੜੇ ਗੁਜ਼ਾਰੇ ਨੇ, ਇਹਦੇ ਵਿੱਚ ਮਾਯੂਸੀ ਬੜੀ ਹੋਈ ਹੈ, ਬੇਹੱਦ ਮਾਯੂਸੀ ਹੋਈ ਹੈ। ਕਿਉਂਕਿ ਇੱਕ ਪਾਸੇ ਆਵਾਮ ਦੇ ਉੱਤੇ ਮਹਿੰਗਾਈ ਦਾ ਇੱਕ ਜਿਹਨੂੰ ਕਹਿੰਦੇ ਨੇ ਤੂਫਾਨ ਬਰਪਾ ਹੈ, ਮਹਿੰਗਾਈ ਦਾ ਤੂਫਾਨ ਡਿੱਗਿਆ ਹੈ, ਬਿਜਲੀ ਡਿੱਗੀ ਹੈ ਆਵਾਮ ਦੇ ਉੱਤੇ, ਔਰ ਆਵਾਮ ਇੰਨੀ ਕੁ ਲਾਚਾਰ ਔਰ ਇੰਨੀ ਕੁ ਪਰੇਸ਼ਾਨ ਹੋਈ ਹੈ ਇਸ ਦੌਰਾਨ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਔਰ ਦੂਸਰੇ ਪਾਸੇ ਕੁਝ ਐਸੀਆਂ ਚੀਜ਼ਾਂ ਹੋਈਆਂ ਨੇ ਜਿਹੜੀਆਂ ਹੈਰਾਨਕੁਨ ਨੇ ਰਜ਼ਾ। ਤੁਹਾਡੇ ਸਾਹਮਣੇ ਹੈ ਕਿ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਨੇ ਔਰ ਜਿਹੜੀਆਂ ਹਕੂਮਤਾਂ ਨੇ, ਉਹਨਾਂ ਦੇ ਵਿੱਚ ਕਰਪਸ਼ਨ ਇੰਨੀ ਜ਼ਿਆਦਾ ਜਾ ਚੁੱਕੀ ਹੈ ਕਿ ਆਮ ਆਦਮੀ ਵਿਚਾਰੇ ਦਾ ਪੈਸੇ ਦਿੱਤੇ ਬਗੈਰ ਕੋਈ ਕੰਮ ਨਹੀਂ ਹੁੰਦਾ ਰਜ਼ਾ, ਕੰਮ ਨਹੀਂ ਹੁੰਦਾ, ਕੋਈ ਕੰਮ ਨਹੀਂ, ਨਾਮੁਮਕਿਨ। ਥਾਣੇ ਤੋਂ ਲੈ ਕੇ ਕਚਹਿਰੀ ਤੱਕ
और कचहरी तो लैके अफसरान दे दफ्तरां तक, दफातर तक, और फिर जाके महकमा माल च आवाम गरीब आदमी का कोई पुरसाने हाल नहीं। इस वास्ते सानू अंत तक 24 घंटे मेहनत करनी पई, मैनू भी, मुश्ताक नू भी और मेरे बाकी साथियों नू। सानू विजिलेंट, इन्ना विजिलेंट रहना पैंदा है। यकीन मनो, तुसी पुछना कि कई बार इस तरह होया है कि रात नू 12 बजे, 1 बजे, 2 बजे, 3 बजे सानू साथियों के फोन कुरलांदिया होया कि जी मेरे नाल यह जुल्म हो गया। ते जे असी ना होवीए डंडा बरदार एक फोर्स उत्थे मौजूद, ते ए ते गरीबां दे तक तहस नहस फेर देन। अफसरान भी ते उत्ते जेड़े बैठे ने लोग, उन्हां नू कोई परवाह नहीं रजा, कोई परवाह नहीं। तुसी वेखो कि इस हुकूमत दे दौरान जो आवाम दे नाल होई है, तुसी सोचदे कि जी आवाम दे उत्ते असी एक बहुत वड्डा भार पे पाने, ते असी दूसरे पासे ते जरा हाथ हौला रखिए ना, ताकि जो असी काम करिए आवाम नू उत्थों ते कोई रिलीफ मिले। ਜਿਹੜੀ ਇਹ ਫੰਡਿੰਗ ਹੋਈ ਹੈ MNAs ਦੀ, ਜੋ ਹੁਣ ਫੰਡਿੰਗ ਹੋਈ ਹੈ ਜਿਹੜੀ ਪਿਛਲੇ 14 ਮਹੀਨਿਆਂ ਦੇ ਵਿੱਚ, ਤੁਸੀਂ ਆਪ ਵੇਖੋ ਕਿ ਉਹਦੇ ਨਾਲ ਕੀ ਹੋਇਆ। PWD ਮਹਿਕਮਾ, PWD ਵੀ ਕੋਈ ਮਹਿਕਮਾ ਰਜ਼ਾ? ਤੁਸੀਂ ਆਪ ਸਿਵਲ ਸਰਵੈਂਟ ਰਹਿ ਚੁੱਕੇ ਹੋ, ਤੁਸੀਂ ਆਪ ਸਿਵਲ ਸਰਵੈਂਟ ਰਹਿ ਚੁੱਕੇ ਹੋ। ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜਾ ਸਾਰਾ ਜਿਹੜਾ ਫੰਡਿੰਗ ਹੋਈ ਇਹਦੇ ਵਿੱਚ 25 ਤੋਂ 30% ਰਜ਼ਾ ਤੁਸੀਂ ਜਾਣਦੇ ਹੋ ਸਿੱਧਾ ਸਾਵਾਂ ਕਮਿਸ਼ਨ ਹੈਗਾ MNA ਦਾ, ਔਰ ਉਹ ਸਿਰਫ ਇਸ ਵਾਸਤੇ ਦਿੱਤਾ ਗਿਆ ਕਿ ਲਓ ਜੀ ਤੁਹਾਡੀ ਇਲੈਕਸ਼ਨ ਫੰਡ ਅਸੀਂ ਤੁਹਾਨੂੰ ਪੇ ਦੇਣੇ। कोई गल है पासे, और PWD जैसा महकमा जो कोई कम नहीं होना, कोई पुख्ता कम नहीं होना, और एक पासे आवाम पे पिसदी है, ते दूसरे पासे जेड़ा कि इन्ना को पाकिस्तान दा जिन्हों के कहंदे ना कि नायाब असासा जेड़ा जेड़ा कि असा मंग के लिया है, और सारे डेट्स ने रजा उन्हां नूं इस तरह स्क्वांडर कीता जा, इस तरह करके स्क्वांडर कीता जा रहा है। ते फिर मायूसी नहीं होनी ते की होना है, तुसी मैनूं दसो। उसके अलावा उसके अलावा जो चीज़ां जो कि मेरे अपना सहाफती बैकग्राउंड है और मैं समझनी आ चीज़ां नूं, मैं वेख्या ना कि 10 सालां दे विच कोई इंक्रीज नहीं हुई किसी चीज़ दी, आबियाना इंक्रीज नहीं होया उत्थे दा उत्थे। तुसी देखो कि वासा दा बिल जेड़ा है पंजाब, ओ उत्थे दा उत्थे, यानी कि और इन्नियां इंपॉसिबल सबसिडीज दित्तियां जांदियां ने जिहड़ियां कि अगे जाके साडे गले पैंदियां ने। फिर IMF प्रोग्राम दे विच जावो, IMF प्रोग्राम दे विच फिर IMF जाके इन्नियां कदगनां लांदा है, ਇੰਨੀਆਂ ਸ਼ਰਾਇਤ ਔਖੀਆਂ ਲਾਉਂਦਾ ਤੇ ਕਿਹਦੇ ਉੱਤੇ ਪਾਰ ਪੈਂਦਾ? ਤੁਸੀਂ ਮੈਨੂੰ ਦੱਸੋ। ਤੁਸੀਂ ਦੱਸੋ ਸੈਲਰੀ ਕਲਾਸ ਦੇ ਉੱਤੇ ਜਿਹੜਾ ਟੈਕਸ ਦੀ ਬਿਜਲੀ ਡਿੱਗੀ ਏ, ਉਹ ਤੁਸੀਂ ਮੈਨੂੰ ਦੱਸੋ ਕਿਸੇ ਹੋਰ ਤੇ ਡਿੱਗੀ ਏ ਇਸ ਮੁਲਕ ਪਾਕਿਸਤਾਨ ਦੇ ਵਿੱਚ? ਕੋਈ ਨਾਂ ਲੈਵਾ ਹੈ ਉਹਨਾਂ ਲੋਕਾਂ ਦਾ ਤੇ ਕੋਈ ਗੱਲ ਕਰੇ ਤੇ ਜੀ ਇਹ ਜੀ ਠੀਕ ਨਹੀਂ ਹੈਗੇ ਲੋਕ, ਇਹਨਾਂ ਨੂੰ ਅਸੀਂ ਟਿਕਟ ਨਹੀਂ ਦੇਣਾ। ਟਿਕਟ ਉਹਨਾਂ ਨੂੰ ਹੀ ਮਿਲਦੇ ਨੇ ਜਿਹੜੇ ਚਾਕਰੀ ਕਰਦੇ ਨੇ, ਔਰ ਜਿਹੜੇ ਬੰਦੇ ਜਿਹੜੇ ਨੇ ਉਹ ਜਿਨ੍ਹਾਂ ਨੇ ਬਿਜ਼ਨਸ ਬਣਾਏ ਹੋਏ ਨੇ, ਉਹਨਾਂ ਲੋਕਾਂ ਦੇ ਵਾਸਤੇ ਸਾਰੇ ਗਾਮਜ਼ਨ ਨੇ, ਤੇ ਆਵਾਮ ਜਿਹੜੀ ਪਿਸਦੀ ਪਈ ਹੈ ਉਹਦਾ ਕੋਈ ਪੁਰਸਾਨੇ ਹਾਲ ਨਹੀਂ। ਮਾਯੂਸੀ ਇਸ ਵਾਸਤੇ ਹੋਈ ਰਜ਼ਾ, ਮਾਯੂਸੀ ਇਸ ਵਾਸਤੇ ਹੋਈ। ਐਂਡ ਗੋਇੰਗ ਫਾਰਵਰਡ ਆਈ ਡੋਂਟ ਸੀ ਅ ਲਾਈਟ ਐਟ ਦੀ ਐਂਡ ਆਫ ਦ ਟਨਲ। ਇੱਕ ਮੀਆਂ ਨਵਾਜ਼ ਸ਼ਰੀਫ ਸਨ ਜਿਹੜੇ ਕਿ ਲੋਕਾਂ ਨੂੰ ਮੈਨੇਜ ਕਰ ਸਕਦੇ ਸਨ, ਉਹ ਜਿਹੜੇ ਕਿ ਮਖਲੂਤ ਹਕੂਮਤਾਂ ਨੂੰ ਮੈਨੇਜ ਕਰ ਸਕਦੇ ਸਨ, ਔਰ ਉਹ ਬਲੈਕਮੇਲ ਨਹੀਂ ਸਨ ਹੁੰਦੇ, ਉਹ ਸਬਰ ਔਰ ਤਹਮਲ ਦੇ ਨਾਲ ਹਰ ਕਿਸਮ ਦੇ ਬੰਦੇ ਨਾਲ ਮੈਨੇਜ ਕਰ ਸਕਦੇ ਸਨ। ਲੇਕਿਨ ਸਾਡੇ ਵੇਖਣੇ ਚ ਆਇਆ ਹੈ ਕਿ ਇਸ ਵਾਰੀ ਔਰ ਜਿੱਥੇ ਜਿੱਥੇ ਵੀ ਸਹੀ ਐਡਵਾਈਸ ਨਹੀਂ ਲਿਆ ਗਿਆ ਔਰ ਸ਼ਫਾਫੀਅਤ ਨਹੀਂ ਹੋਈ, ਉੱਥੇ ਆਵਾਮ ਦਾ ਬਹੁਤ ਨੁਕਸਾਨ ਹੋ ਗਿਆ, ਔਰ ਅੱਗੇ ਜਾਂਦੇ ਹੋਇਆ ਵੀ ਇਹ ਨਜ਼ਰ ਆਉਂਦਾ ਹੈ ਕਿ ਇਸੇ ਤਰ੍ਹਾਂ ਦੇ ਹੀ ਕੰਮ ਹੁੰਦੇ ਰਹਿਣਗੇ। ਬਿਲਕੁਲ ਬਿਲਕੁਲ, ਇਹ ਤੁਸੀਂ ਬੜੀ ਜਿਹਨੂੰ ਕਹਿੰਦੇ ਨੇ ਹਕੀਕਤ ਪਸੰਦਾਨਾ ਗੱਲਾਂ ਕੀਤੀਆਂ ਨੇ। ਬਹਰਹਾਲ ਮੈਂ ਤੇ ਇਹੀ ਚਾਹਾਂਗਾ ਕਿ ਮਾਯੂਸੀ ਜਿਹੜੀ ਹੈ ਚੰਗੀ ਨਹੀਂ ਹੁੰਦੀ, ਕੋਈ ਨਾ ਕੋਈ ਰਾਹ ਕੱਢਿਆ ਜਾਵੇ। ਮੁਸ਼ਤਾਕ ਵਰਗੇ ਨੌਜਵਾਨ ਸਿਆਸੀ ਵਰਕਰ ਹੋਣ ਹਲਕਿਆਂ 'ਚ, ਤੇ ਜਿਹੜੇ ਆਵਾਮ ਦੇ ਵਿੱਚ ਬੈਠੇ ਨੇ, ਤੇ ਉਹ ਕੁਝ ਨਾ ਕੁਝ ਜਿਹੜਾ ਨਾ ਕੋਈ ਤਬਦੀਲੀ ਤੇ ਕਦੇ ਨਾ ਕਦੇ ਲੈ ਕੇ ਆਉਣਗੇ। ਤੇ ਸਾਨੂੰ ਬਸ ਜਾਂਦੇ ਜਾਂਦੇ ਮੁਸ਼ਤਾਕ ਸਾਹਿਬ ਇਹ ਦੱਸੋ ਕਿ ਲੋਕ ਕੀ ਮੰਗਦੇ ਨੇ ਤੁਹਾਡੇ ਕੋਲ ਇਸ ਇਲੈਕਸ਼ਨ 'ਚ, ਜਿੱਥੇ ਤੁਸੀਂ ਮਿਲਦੇ ਆ ਲੋਕਾਂ ਨੂੰ, ਕੀ ਵਾਅਦੇ ਕੀਤੇ ਜੇ ਤੇ ਕੀ ਲੋਕਾਂ ਦੀ ਡਿਮਾਂਡ ਹੈ? ਸਭ ਤੋਂ ਵੱਡਾ ਮਸਲਾ ਕੀ ਹੈ ਹਲਕੇ 'ਚ? ਰਜ਼ਾ ਸਾਹਿਬ ਮਿਹਰਬਾਨੀ, ਆਪਣਾ ਸਭ ਤੋਂ ਵੱਡਾ ਮਸਲਾ ਹੈ ਮਹਿੰਗਾਈ ਜੀ, ਜਿਹੜਾ ਅੱਜ ਤੂਫਾਨ ਟੁੱਟਿਆ ਹੈ, ਜਿਹੜਾ ਬਿਲਕੁਲ ਲੋਕ ਪਿਸ ਗਏ ਨੇ ਮਹਿੰਗਾਈ ਦੇ ਵਿੱਚ, ਲੋਕ ਪਿਸ ਗਏ ਨੇ। ਲੋਕ ਹੁਣ ਨਹੀਂ ਵੇਖਦੇ ਕਿ ਅਸੀਂ ਕਿਸ ਪਾਰਟੀ ਨਾਲ ਖਲੋਣਾ ਹੈ, ਲੇਕਿਨ ਉਹ ਵੇਖਦੇ ਨੇ ਵੀ ਅਸੀਂ ਬਚਣਾ ਕਿਵੇਂ, ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਪਾਲਣਾ ਹੈ, ਕਿਉਂਕਿ ਲੋਕ ਜਾਨਾਂ ਦੇ ਰਹੇ ਨੇ, ਲੋਕਾਂ ਦੇ ਕੋਲ ਇਤਨੇ ਵਸਾਇਲ ਨਹੀਂ ਨੇ, ਲੋਕ ਪਰੇਸ਼ਾਨ ਨੇ, ਕਿਤੇ ਜਾਂਦੇ ਮਹਿੰਗਾਈ ਦਾ ਸਿਰਫ ਰੋਣਾ ਪਿੱਟਦੇ ਨੇ ਉਹ, ਕਿਉਂਕਿ ਉਹਨਾਂ ਨੂੰ ਹੈਗਾ ਸੀ ਵੀ 14 ਮਹੀਨਿਆਂ ਦੇ ਵਿੱਚ ਸ਼ਾਇਦ ਕੋਈ ਬਿਹਤਰੀ ਆਵੇ, ਸਾਡੇ ਬੱਚੇ ਬਚ ਜਾਣ ਔਰ ਅਸੀਂ ਬਚ ਜਾਈਏ, ਕਿਉਂਕਿ ਮਜ਼ਦੂਰ ਆਦਮੀ ਨੇ, ਲੇਕਿਨ ਮਜ਼ਦੂਰ ਆਦਮੀ ਅੱਜ ਮਰ ਗਿਆ ਜੀ। ਬਿਲਕੁਲ ਮੈਂ ਸਮਝਨੀ ਆ ਕਿ ਲੋਕਾਂ ਦੇ ਵਿੱਚ ਬੜੀ ਮਾਯੂਸੀ ਹੋਈ ਹੈ,
महंगाई का रोना है। उस तो पहले जो पीटीआई की जिहड़ी हुकूमत रही है पिछले 4 साल, जिस तरह पंजाब, मैं पंजाब की हद तक गल करांगी, जिस तरह पंजाब दे विच मैल गवर्नेंस हुई है, जिवें पंजाब दे विच यानी कि ऑफिसेस विके ने, रजा ए गल कोई लुकी छुपी नहीं हैगी। जी हाँ, नहीं है। ਉਹਦੇ ਵਿੱਚ ਆਵਾਮ ਦਾ ਹੌਸਲਾ ਬਹੁਤ ਪਸਤ ਹੋਇਆ ਹੈ, ਬਹੁਤ ਹੀ ਪਸਤ ਹੋਇਆ ਹੈ। ਔਰ ਉਸ ਦੇ ਵਿੱਚ ਇਹ ਵੀ ਹੋਇਆ ਹੈ ਕਿ ਜਿਹੜੀ ਮਿਡਲ ਕਲਾਸਿਸ ਦੀ ਜਾਂ ਦਰਮਿਆਨੇ ਤਬਕੇ ਦੀ, ਪੜ੍ਹੇ ਲਿਖੇ ਤਬਕੇ ਦੀ ਇੱਕ ਜਿਹਨੂੰ ਕਹਿੰਦੇ ਨਾ ਉਮੀਦ ਸੀ ਕਿ ਨਹੀਂ ਅਸੀਂ ਮਿਹਨਤ ਕਰਕੇ ਅੱਗੇ ਲੰਘ ਜਾਵਾਂਗੇ, ਉਹ ਉਮੀਦ ਵੀ ਨਹੀਂ ਰਹੀ, ਉਹ ਉਮੀਦ ਵੀ ਨਹੀਂ ਰਹੀ। ਉਹਦੇ ਇਲਾਵਾ ਤੁਸੀਂ ਦੇਖੋ ਕਿ ਜਿਹੜਾ ਉਤਲਾ ਪੜ੍ਹਿਆ ਲਿਖਿਆ ਤਬਕਾ ਹੈ, ਕਿਆ ਉਹਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਰੇ ਸਾਡੇ ਡੈਟਸ ਅਕਿਊਮੂਲੇਟ ਹੋਏ ਨੇ ਉਹ ਕਿਵੇਂ ਹੋਏ ਨੇ, ਉਹਨਾਂ ਦੇ ਵਿੱਚ ਵੀ ਇੱਕ ਮਾਯੂਸੀ ਪਾਈ ਜਾਂਦੀ ਹੈ। ਤੇ ਇੱਥੇ ਜੋ ਇਸ ਵੇਲੇ ਹਾਲਾਤ ਨੇ ਉਹ ਸਾਈਆਂ ਨੂੰ ਸਮਝ ਲੈਣਾ ਚਾਹੀਦਾ ਹੈ, ਇਫ ਯੂ ਨੋ ਵਾਟ ਆਈ ਮੀਨ। ਜੀ ਬਿਲਕੁਲ, ਸਾਈਆਂ ਨੂੰ ਸਮਝ ਕਿ there may be some nasty surprises ahead in the elections। ਜੀ ਬਿਲਕੁਲ ਸਮਝ ਲੈਣਾ ਚਾਹੀਦਾ ਉਹਨਾਂ ਨੂੰ ਕਿ there may be some nasty surprises ahead in the elections। I'll say that again। बिल्कुल बिल्कुल। And the only way forward, I think, is कि वो लोग जो किसी काबिल हैं, जिनके अंदर कोई उनके अंदर आइडियलिज्म है, जिनके अंदर कोई नजरिया है, उनको जरूर इनकरेज किया जाए। और पार्टीज को ही ये करना चाहिए, उन लोगों को बजाय इसके कि उनको धुतकारें, उनको इनकरेज करें, उनको लेकर आए। और मैं आपसे ये आखिरी चीज ये कहना चाहूंगी कि मैं अपने हलके को किसी सूरत मायूस नहीं करूंगी। इंशाअल्लाह ताला जो आपने एमएनए की सीट की बात की, उसके ऊपर भी इंशाअल्लाह कोई ना कोई पैनल जरूर बनाएंगे। और मुश्ताक है, और उसके अलावा जो दूसरा एमपीए की सीट है वहां पर भी इंशाअल्लाह कोई ना कोई पैनल जरूर बनाएंगे। और वक्त आने पे हम अपनी पूरी कोशिश और काविश करेंगे कि अवाम को एक बेहतर मेंबरशिप और बेहतर रिप्रेजेंटेटिव्स मिलेंगे। बिल्कुल बिल्कुल, असल बात तो यही है। आपने बिल्कुल सही कहा जुगनू साहिबा, ये जी पंजाब च ब्यूरोक्रेसी का बेड़ा गर्क होया है पिछले 4-5 सालों च, जो लोगों ने देखे है अपनी अखों। कदी ये मैं तुसा पहले दसिया कि मैं भी रहा सिविल सर्विस च, मैं कदी जिंदगी च नहीं सुनिया सी कि कमिश्नर, डिप्टी कमिश्नर ते एसएसपी दी जिहड़ी सीट पैसे दे के लगदे पैने, और पैसे दे के लगदे ने, कदे नहीं होंदा सी। थल्ले वाले लगदे सन, थाणियां च कोई सब इंस्पैक्टर हो गया, कोई हवलदार हो गया, सिपाही हो गया, कोई पटवारी हो गया, वो पुराना काम पे चलता सी। ये सीनियर अफसर जेडे सन ये थे कदी नहीं इसका पैसा लग्या सी, बल्कि ये बड़ा इस दे उत्ते अगली बार जी तफसील च गल करांगे, क्योंकि तुसा अपने 5 सालां च वज़ीर आला नूं भी मिलदे रहे हो, तुसा एमबीएस नूं भी मिलदे रहे हो, पुलिस वालियां नूं भी, सैकटरियां नूं भी, महकमा माल नूं भी, उन्हां दे भी गल असी जरूरी है कि आवाम तक हकीकतां पहुंचण, क्योंकि जो तुहाडे ना उन्हां दे नाल इंटरैक्शन रहा है वो बहुत गहरा होंदा, क्योंकि तुसीं लोकां दी नुमाइंदगी करदे, उन्हां दे काम कराने दिन रात। ते बहरहाल साडा वक्त मैं एक आखिरी चीज करना चाहांगी अगर तुसीं इजाजत दिओ। ए मौका है क़यादत दे कोल कि ਉਹ ਇਹ ਨਾ ਸੋਚਣ ਕਿ ਜਿਹੜੀ ਅਸੀਂ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਬੰਦਰ ਬਾਂਟ ਲਾਈ ਹੋਈ ਹੈ ਔਰ ਜਿਸ ਤਰ੍ਹਾਂ ਕਿ ਅਸੀਂ ਆਪਸ ਵਿੱਚ ਵੰਡ ਲੈਣਾ ਸਭ ਕੁਝ, ਇਹ ਕਿਵੇਂ ਬਰਕਰਾਰ ਰਵੇ, ਇਸ ਚੀਜ਼ ਨੂੰ ਨਾ ਸੋਚਣ। कुछ एक्चुअल रिफॉर्म्स दे बारे विच सोचन, जेड़े कि आवाम दे वास्ते एक रोशनी दी किरण बनन, ए सोचन। और मैं ते ए कहांगी कि जेड़े लीडरान ने पार्टीज दे, उन्हां दे कोल मौका है टू क्लियर आउट द डेड वुड। रजा, क्लियर आउट, दिस इज योर अपॉर्चुनिटी, क्लियर आउट द डेड वुड एंड गेट गुड न्यू पीपल इनटू योर पार्टीज। चंगे लोकां नूं लियाओ, आवाम विचों लोकां नूं लियाओ, नजरियाती लोकां नूं लियाओ, जेड़े कुछ खुदा दा खौफ करन और इस आवाम विचारी दे उत्ते रहम करन। थैंक यू। बिल्कुल, थैंक यू जी। मैं गल करना चाहता रजा साहब, सॉरी मैं एक बस गल मुकाओ जी। मैं भी अपना लीडरां नूं पैगाम देना चाहना, क्योंकि वेख्या जावे भी आवाम दे काम कौन करदा है, आवाम दे विच कौन रहिंदा है, आवाम दे हर दिन रात तकलीफां दे नाल कौन खड़ा हुंदा है। ते लेकिन ना वेख्या जावे किहड़े चाकरी करदे ने या किहड़े हलके दे विच हुंदे नहीं ने, टिकट लैके जित के 4 साल गायब, ते आखिरी दिनां विच आ गया कदों इलैक्शनां दे ऐलान होवन ते मैं ते टिकट लैके आ गया मैं जितना है। लेकिन मेहरबानी की जाए क्योंकि उस बंदे नूं टिकट दिता जाए किहड़ा हकदार है, किहड़ा आवाम दे विच रहिंदा है, किहड़ी आवाम दी खिदमत करदा है, किहड़ा पार्टी वास्ते मुखलस है। लिहाजा ना दिता जाए भी कदों किसी दिल करे किहड़ी पार्टी दी मर्जी सपोर्ट कर देवे। ते मैं अपनी हलके दी आवाम
ਨੂੰ ਇਸ ਰਜ਼ਾ ਸਾਹਿਬ ਸੋਰੀ ਡੋਡੇ ਜ਼ਰੀਏ ਡੋਡੇ ਚੈਨਲ ਦੇ ਜ਼ਰੀਏ ਮੈਸੇਜ ਦੇਣਾ ਚਾਹਣਾ। ਮੈਂ ਆਪਣੀ ਹਲਕੇ ਦੀ ਆਵਾਮ ਦਾ ਸ਼ੁਕਰੀਆ ਅਦਾ ਕਰਨਾ ਕਿ ਨਾ 2013 ਦੇ ਵਿੱਚ ਵੀ ਬੀਬੀ ਦੇ ਕਹਿਣੇ ਤੇ ਸਪੋਰਟ ਕੀਤੀ ਔਰ 2015 ਦੇ ਵਿੱਚ ਵੀ ਪੀਰੀ ਮਰੀਦੀ ਛੱਡ ਕੇ ਸਾਡੀ ਸਪੋਰਟ ਕਰਕੇ ਸਾਨੂੰ ਜਿਤਾਇਆ ਔਰ 2018 ਦੇ ਵਿੱਚ ਅਖੀਰ ਕਰ ਦਿੱਤੀ। ਤੇ ਮੈਂ ਉਸ ਆਵਾਮ ਆਪਣੀ ਨੂੰ ਔਰ ਆਪਣੇ ਸਾਥੀਆਂ ਨੂੰ, ਆਪਣੇ ਭਰਾਵਾਂ ਬਜ਼ੁਰਗਾਂ ਨੂੰ, ਆਪਣੀਆਂ ਭੈਣਾਂ ਨੂੰ ਮੈਂ ਸਲਾਮ ਪੇਸ਼ ਕਰਨਾ ਕਿ ਕਿੰਨਾ ਇਨਸ਼ਾਅੱਲਾ ਤਾਲਾ ਹੁਣ ਵੀ ਇਸ ਦੌਰ ਦੇ ਵਿੱਚ ਮੇਰੇ ਨਾਲ ਹੁਣ ਹਮੀ ਬਰੀ ਬੀਬੀ ਦੇ ਕਹਿਣੇ ਤੇ ਇਨਸ਼ਾਅੱਲਾ ਤਾਲਾ ਮੈਂ ਆਜ਼ਾਦ ਇਲੈਕਸ਼ਨ ਲੜਾਂ ਦਾ ਔਰ ਇਨਸ਼ਾਅੱਲਾ ਤਾਲਾ ਮੈਂ ਹਲਕੇ ਦੇ ਵਿੱਚ ਦਿਨ ਰਾਤ ਆਪਣੇ ਭਰਾਵਾਂ ਦੀ ਖਿਦਮਤ ਕਰਾਂ ਦਾ। ਔਰ ਮੈਂ ਤਾਂ ਸਾਰਿਆਂ ਨੂੰ ਜਾਣਨਾ, ਮੈਂ ਤਾਂ ਕਿਹੜੇ ਪਿੰਡ ਜਾਣਾ ਤੇ 50 ਬੰਦੇ ਦਾ ਨਾ ਜਾਣਨਾ, ਆ ਬਿਲਕੁਲ ਨਹੀਂ ਜਾਣਦੇ, ਆ ਬਿਲਕੁਲ ਨਾ ਹਲਕੇ ਦੇ ਵਿੱਚ ਨਹੀਂ ਰਹਿਣਾ। ਇਨਸ਼ਾਅੱਲਾ ਤਾਲਾ ਮੈਂ ਆਪਣੇ ਭਰਾਵਾਂ ਦੀ ਸਪੋਰਟ ਕਰ ਸਕਦਾ ਔਰ ਮੈਂ ਜਿੱਤ ਕੇ ਇਨਸ਼ਾਅੱਲਾ ਤਾਲਾ ਮੈਂ ਇਹਨਾਂ ਦੇ ਵਿੱਚ ਆਵਾਂਗਾ ਔਰ ਜੋ ਬੀਬੀ ਦੀ ਔਰ ਆਵਾਮ ਹੁਕਮ ਕਰੇਗੀ ਉਹਨਾਂ ਨੂੰ ਵੋਟ ਦੇਵਾਂਗੇ। ਜਿਨ੍ਹਾਂ ਦੀ ਹਕੂਮਤ ਬਣੀ ਇਨਸ਼ਾਅੱਲਾ ਹਲਕੇ ਦੇ ਫਾਇਦੇ ਵਾਸਤੇ ਵੋਟ ਦੇਵਾਂਗੇ। ਮਿਹਰਬਾਨੀ, ਸ਼ੁਕਰੀਆ। ਬਹੁਤ ਸ਼ੁਕਰੀਆ ਮੁਸ਼ਤਾਕ ਸਾਹਿਬ, ਬਹੁਤ ਸ਼ੁਕਰੀਆ ਜੁਗਨੂ ਬੀਬੀ। ਤੇ ਨਾਜ਼ਰੀਨ, ਇਹ ਸਾਡੀ ਪਹਿਲੀ ਕੜੀ ਹੈ। ਅਸੀਂ ਇਸੇ ਤਰ੍ਹਾਂ ਦੀ ਗੁਫ਼ਤਗੂ ਇਹੋ ਹੀ ਮੌਜ਼ੂਆਤ ਦੇ ਉੱਤੇ ਜਾਰੀ ਰੱਖਾਂਗੇ ਆਪਣੀ ਟਰਾਂਸਮਿਸ਼ਨ, ਤੇ ਹਰ ਹਫਤੇ, ਹਰ ਦੂਸਰੇ ਹਫਤੇ ਅਸੀਂ ਇਹ ਗੱਲਬਾਤ ਜਿਹੜੀ ਇਹਨੂੰ ਵਧਾਉਂਦੇ ਰਵਾਂਗੇ। ਹੋਰ ਮਹਿਮਾਨਾਂ ਨੂੰ ਵੀ ਆਪਣੇ ਨਾਲ ਬੁਲਾਵਾਂਗੇ। ਇੱਥੇ ਇਲੈਕਸ਼ਨ ਦੇ ਕਰੀਬ ਤੁਹਾਨੂੰ ਹੋਰ ਵੀ ਜਿਹੜੀ ਹੈ ਅੱਛੀ ਮਾਲੂਮਾਤ ਤੇ ਅੱਛੇ ਗੱਲਾਂ ਸੁਣਨ ਨੂੰ ਮਿਲਣਗੀਆਂ। ਇਸ ਦੇ ਨਾਲ ਹੀ ਖੁਦਾ ਹਾਫਿਜ਼, ਰੱਬ ਰਾਖਾ। ਰੱਬ ਰਾਖਾ।